ਗੁਰੂ ਨਾਨਕ ਸਾਹਿਬ ਦੀ ਸਾਖੀ ਆਉਂਦੀ ਨਾ ਜਦੋਂ 13-13 ਵਾਲੀ ਆਪਾਂ ਸਾਰੇ ਯਾਦ ਰੱਖਦੇ ਹਾਂ, ਉੱਥੇ ਵੇਖੋ ਬਾਬਾ ਕੀ ਕਰਦਾ, ਸੇਮ ਉਹੀ ਜੋ ਇੱਕ ਦੁਕਾਨਦਾਰ ਕਰਦਾ ਹੈ, ਉੱਥੇ ਬਾਬੇ ਦਾ ਉਹੀ ਕੰਮ ਹੈ। ਪਰ ਉਹ ਉਹਨਾਂ ਨੂੰ ਐਵੇਂ ਵੇਖਦਾ, ਐਵੇਂ ਡੀਲ ਕਰਦਾ ਉਹਨਾਂ ਦੇ ਨਾਲ ਕਿ ਆਪਣੀ ਦਸਵੰਧ, ਆਪਣੀ ਕੰਟਰੀਬਿਊਸ਼ਨ, ਆਪਣੇ ਹਿੱਸੇ ਵਿੱਚੋਂ ਵੀ ਲੋੜ ਪਵੇ ਤਾਂ ਉਹਨਾਂ ਨੂੰ ਸਰਵ ਕਰ ਦਿੰਦਾ, ਹਰਦਮ ਪਿਆਰ ਨਾਲ, ਕਿਉਂਕਿ ਉਹਨਾਂ ਵਿੱਚ ਰੱਬ ਵੇਖਦਾ। ਉਹ ਬਾਬਾ ਕਹਿੰਦਾ ਇਹਨਾਂ ਵਿੱਚ ਮੈਨੂੰ ਉਸ ਕਰਤਾ ਪੁਰਖ ਉਹ ਨਜ਼ਰ ਆਉਂਦਾ, ਕਿਉਂਕਿ ਅਦਰਵਾਈਜ਼ ਤੇ ਉਹ ਫਾਰਮਲੈਸ ਹੈ। ਉਹ ਫਾਰਮਲੈਸ ਬੀਇੰਗ ਤੇ ਨਜ਼ਰ ਆ ਨਹੀਂ ਸਕਦੀ, ਉਹ ਇੱਕ ਕੁਦਰਤ ਵਿੱਚੋਂ ਨਜ਼ਰ ਆਉਂਦਾ। ਤੇ ਬਾਬੇ ਦੀ ਸੇਵਾ ਕਰਨ ਦਾ ਤਰੀਕਾ ਇਹ ਹੈ। ਦੂਸਰਾ ਵੇਖੋ, ਸਾਰੇ ਗੁਰੂ ਸਾਹਿਬਾਨ ਦੀ ਲਾਈਫ ਵਿੱਚ ਵੇਖੋ, ਗੁਰੂ ਨਾਨਕ ਸਾਹਿਬ, ਮੈਂ ਹੁਣੇ ਬੈਠਾ ਚਾਹ ਪੀ ਰਿਹਾ, ਮੇਰੇ ਮਨ 'ਚ ਖਿਆਲ ਆਇਆ, ਗੁਰੂ ਸਾਹਿਬ ਵੇਖੋ ਗਏ ਨੇ, ਗੁਰੂ ਨਾਨਕ ਸਾਹਿਬ ਕੀ ਕਰਦੇ ਨੇ? ਉਹ ਆਪਣੀਆਂ ਸਾਰੀਆਂ ਉਦਾਸੀਆਂ ਦੇ ਦੌਰਾਨ, ਮੋਟੇ ਤੌਰ 'ਤੇ ਕਹਿਣਾ ਹੋਵੇ ਕੀ ਕਰ ਰਹੇ ਨੇ, ਉਹ ਬਹੁਤਾ ਕਰਕੇ ਧਰਮ ਸਥਾਨਾਂ ਵਿੱਚ ਜਾ ਰਹੇ ਨੇ। ਜਰਾ ਸੋਚੋ, ਉੱਥੇ ਉਹ ਜਾ ਕੇ ਇਹ ਵੇਖਦੇ ਨੇ ਵੀ ਇਹ ਧਰਮ ਸਥਾਨ ਕਿੰਨਾ ਗੰਦਾ ਪਿਆ ਹੈ, ਪੰਡਿਤ ਜੀ ਤੁਸੀਂ ਕਦੀ ਸਫਾਈ ਨਹੀਂ ਕੀਤੀ, ਲਿਆਓ ਪਾਣੀ ਮੈਂ ਸਾਫ਼ ਕਰਾਂ। ਡਜ਼ ਹੀ ਡੂ ਦੈਟ? ਪਰ ਆਫਕੋਰਸ ਉਸ ਵੇਲੇ ਬਹੁਤ ਧਰਮ ਸਥਾਨ ਹੋ ਸਕਦਾ ਗੰਦੇ ਹੀ ਹੋਣ ਜਾਂ ਜਿਸ ਤਰ੍ਹਾਂ ਦੇ ਵੀ ਹੋਣ, ਨਹੀਂ। ਉਹ ਇੱਕ ਪਾਸੇ ਤੇ ਧਰਮ ਸਥਾਨਾਂ ਵਿੱਚ ਜਾ ਕੇ ਲੋਕਾਂ ਨੂੰ ਐਨਲਾਈਟਨ ਕਰ ਰਿਹਾ ਹੈ। ਕੀ ਕਰਦੇ ਪਏ ਹੋ? ਇਹ ਕੀ ਕਰ ਰਹੇ ਹੋ? ਇਹ ਪੂਜਾ ਦਾ ਤਰੀਕਾ ਨਹੀਂ, ਇਹ ਸੇਵਾ ਦਾ ਤਰੀਕਾ ਨਹੀਂ। ਉਸ ਤੋਂ ਬਾਹਰ ਆ ਕੇ ਬਾਬਾ ਕੀ ਕਰਦਾ ਹੈ? ਬਾਬਾ ਜਦੋਂ ਕਿਸੇ ਪਿੰਡ ਵਿੱਚ ਗਿਆ, ਕਿਸੇ ਹੋਰ ਪਾਸੇ ਗਿਆ, ਉੱਥੇ ਲੋਕਾਂ ਨੂੰ ਮਿਲਿਆ ਗਿਲਿਆ, ਪੁੱਛਿਆ, ਲੋਕਾਂ ਦੱਸਿਆ ਜੀ ਇੱਥੇ ਬੜੀ ਵੱਡੀ ਪ੍ਰੋਬਲਮ ਹੈ ਜੀ, ਸਾਡੇ ਇਲਾਕੇ ਵਿੱਚ ਪਾਣੀ ਹੈ ਨਹੀਂ ਕਿਤੇ। ਤੇ ਬਾਬਾ ਜੀ ਕੀ ਕਰਦੇ ਨੇ? ਉਹ ਸੋਚਦੇ ਨੇ, ਉਹਦਾ ਸੋਲਿਊਸ਼ਨ ਲੱਭਦੇ ਨੇ ਵੀ ਪਾਣੀ ਹੈ ਨਹੀਂ, ਐਂ ਕਰੋ ਖਾਂ ਆਪਾਂ ਸਾਰੇ ਕੱਲ੍ਹ ਇਕੱਠੇ ਹੋਵੋ, ਕਈਆਂ ਤੇ ਹੋਰ ਆਪਣੇ ਇੰਸਟਰੂਮੈਂਟਸ ਲੈ ਕੇ ਆਓ, ਆਪਾਂ ਇੱਥੇ ਇੱਕ ਖੂਹ ਕੱਢ ਦਿੰਦੇ ਹਾਂ। ਤੇ ਬਾਬਾ ਜੀ ਉੱਥੇ ਸਾਰਿਆਂ ਦੇ ਨਾਲ ਲੱਗ ਕੇ ਖੂਹ ਖੋਦ ਕਰਦੇ ਨੇ। ਜੇ ਖੂਹ ਨਾਲ ਕੰਮ ਨਹੀਂ ਬਣਦਾ, ਵੀ ਥੱਲੇ ਜ਼ਮੀਨ ਬਹੁਤ ਕੰਕਰੀਟ ਹੈ, ਨਹੀਂ ਗੱਲ ਬਣਦੀ, ਤੇ ਬਾਬਾ ਦਾ ਵੱਡਾ ਸਾਰਾ ਪੌਂਡ ਬਣਾ ਲਓ, ਇੱਕ ਤਲਾਬ ਬਣਾ ਦਿਓ, ਬਾਰਿਸ਼ ਦਾ ਪਾਣੀ ਇਕੱਠਾ ਹੋਏਗਾ, ਉਸ ਪਾਣੀ ਨੂੰ ਵਰਤੋ, ਫਸਲਾਂ, ਪਸ਼ੂ, ਜਿਹੜਾ ਵੀ ਕੰਮ ਕਰਨਾ ਹੈ ਕਰੋ। ਸਾਰੇ ਹੀ ਗੁਰੂ ਸਾਹਿਬਾਨ ਨੂੰ ਵੇਖੋ, ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜਾਂਦੇ ਨੇ, ਇਹ ਬੜੀ ਕਮਾਲ ਦੀ ਬਾਤ ਹੈ। ਗੁਰੂ ਅਰਜਨ ਸਾਹਿਬ ਦੇ ਵੇਲੇ ਅਸੀਂ ਸੁਣਦੇ ਹਾਂ ਵੀ ਉਹਨਾਂ ਨੇ 6 ਹਲਟ, ਉਹਨੂੰ ਇੰਗਲਿਸ਼ ਵਿੱਚ ਆਉਂਦੇ ਨੇ ਪਰਸ਼ੀਅਨ ਵੀਲਸ, ਉਹ ਇੰਸਟਰੂਮੈਂਟ। ਹੁਣ ਹੈਰਾਨੀ ਵਾਲੀ ਗੱਲ ਹੈ, ਜਦੋਂ ਅਸੀਂ ਪੜ੍ਹ ਰਹੇ ਸਾਂ ਵੀ ਉਹ ਇੰਸਟਰੂਮੈਂਟ ਗੁਰੂ ਅਰਜਨ ਸਾਹਿਬ ਨੂੰ ਉਸ ਵੇਲੇ ਕਿੱਥੋਂ ਮਿਲੇ, ਕਿੱਥੋਂ ਲਿਆਂਦੇ ਹੋਣਗੇ ਉਹਨਾਂ? ਉਹ ਤਾਂ ਅਰਬ ਵਿੱਚ ਹੀ ਹੁੰਦੇ ਸੀ, ਹਿੰਦੁਸਤਾਨ ਵਿੱਚ ਕਿਤੇ ਜ਼ਿਕਰ ਨਹੀਂ ਆਉਂਦਾ ਉਹਨਾਂ ਦਾ। ਇਹਦਾ ਮਤਲਬ ਵੀ ਗੁਰੂ ਸਾਹਿਬ ਟੈਕਨੋਲੋਜੀ ਨੂੰ ਵੀ ਇੰਨੀ, ਵੇਖੋ ਫਿਊਚਰ ਵਿਜ਼ਨ ਨੂੰ ਉਹ ਸਮਝਦੇ ਨੇ। ਉਹ ਹੁਣ ਡੈਫੀਨੇਟ ਆ ਵੀ ਉਹ ਆਏ ਉੱਥੋਂ ਹੀ ਹੋਣਗੇ, ਆਪਣੇ ਸਿੱਖ ਭੇਜੇ ਹੋਣਗੇ, ਬੰਦੇ ਭੇਜੇ ਹੋਣਗੇ, ਪਤਾ ਲੱਗਾ ਹੋਏਗਾ, ਗੁਰੂ ਸਾਹਿਬ ਆਉਂਦੇ ਹੋਣਗੇ ਕੋਈ ਗੱਲ ਨਹੀਂ ਜਾਓ, ਉੱਥੋਂ ਲਿਆ ਕੇ ਅੰਮ੍ਰਿਤਸਰ ਦੇ ਇਲਾਕੇ ਵਿੱਚ 6 ਹਲਟਾਂ ਵਾਲੇ ਖੂਹ ਲਵਾਏ ਨੇ ਗੁਰੂ ਸਾਹਿਬ ਨੇ ਉਸ ਵੇਲੇ, ਕਿ ਹੋਰ ਕਿਤੇ ਐਗਜ਼ਾਮਪਲ ਨਹੀਂ ਮਿਲਦੀ ਵੀ ਉਹ ਖੂਹ ਕਿਤੇ ਨਹੀਂ ਅਵੇਲੇਬਲ ਉਸ ਵੇਲੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਜਾਂਦੇ ਨੇ, ਥਾਂ ਥਾਂ ਤਲਾਬ, ਕੋੜੀਆਂ ਦਾ, ਉੱਥੇ ਉਹਨਾਂ ਨੇ ਉਹਨਾਂ ਦੇ ਕਿਉਰ ਦਾ ਸੈਂਟਰ ਬਣਾਇਆ। ਅੱਜ ਅਸੀਂ ਗੱਲ ਕਰਦੇ ਹਾਂ ਪਲਾਂਟੇਸ਼ਨ, ਪੇੜ ਪੌਦੇ ਲਗਾਓ, ਲਗਭਗ ਤੁਹਾਨੂੰ ਯਾਦ ਹੋਣਾ ਸਾਰੇ ਗੁਰੂਆਂ ਦੇ ਨਾਂ ਦੇ ਨਾਲ ਅੱਜ ਵੀ ਮੌਜੂਦ ਨੇ ਗੁਰੂ ਕਾ ਬਾਗ। ਇਹ ਗੁਰੂ ਕਾ ਬਾਗ ਕੀ ਹੁੰਦਾ ਜੀ? ਗੁਰੂ ਕਾ ਬਾਗ ਮੀਨਸ ਵੀ ਗੁਰੂ ਸਾਹਿਬ ਨੇ ਉੱਥੇ ਛਾਇਆਦਾਰ ਫਲ ਵਾਲੇ ਉੱਥੇ ਰੁੱਖ ਲਵਾਏ, ਵੱਡੇ ਸਾਰੇ, 10 ਏਕੜ ਜ਼ਮੀਨ ਪਈ, ਗੁਰੂ ਸਾਹਿਬ ਕਹਿੰਦੇ ਇੱਥੇ ਲਾ ਦਿਓ ਜੀ, ਇੱਥੇ ਪੇੜ ਲਾਓ, ਦਰਖਤ ਲਾਓ, ਇੱਥੇ ਇਹਦੇ ਬੜੇ ਲਾਭ ਨੇ, ਬੜੇ ਫਾਇਦੇ ਨੇ। ਗੁਰੂ ਅਰਜਨ ਸਾਹਿਬ ਹਜ਼ੂਰ ਜਦੋਂ ਦਰਬਾਰ ਸਾਹਿਬ ਦੀ ਰਚਨਾ ਕਰਦੇ ਨੇ, ਦਰਬਾਰ ਸਾਹਿਬ ਬਣਨ ਤੋਂ ਬਾਅਦ ਮੈਂ ਕਹਾਂਗਾ ਤੁਸੀਂ ਜ਼ਰੂਰ ਇਹ ਚੈਪਟਰ ਗੁਰੂ ਸਾਹਿਬ ਦੀ ਹਿਸਟਰੀ ਦਾ ਜ਼ਰੂਰ ਪੜ੍ਹਿਓ। ਹਰਿਮੰਦਰ ਸਾਹਿਬ ਬਣਿਆ ਅਜੇ ਨਵਾਂ ਨਵਾਂ। ਹੁਣ ਇਹ ਮੈਂ ਤੁਹਾਨੂੰ ਜੇ ਪੁੱਛਾਂ ਵੀ ਹਰਿਮੰਦਰ ਸਾਹਿਬ ਬਣਨ ਤੋਂ ਬਾਅਦ ਅਗਲੇ 10 ਸਾਲ ਗੁਰੂ ਸਾਹਿਬ ਕਿੱਥੇ ਰਹੇ ਹੋਣਗੇ, ਤੇ ਸਾਡਾ ਆਮ ਇਹੋ ਹੀ ਆਨਸਰ ਹੋਏਗਾ, ਸੁਭਾਵਿਕ ਹੈ ਕਿ ਗੁਰੂ ਸਾਹਿਬ ਹਰਿਮੰਦਰ ਸਾਹਿਬ ਹੀ ਹੋਣਗੇ, ਕਿਉਂਕਿ ਨਵਾਂ ਨਵਾਂ ਹੁਣੇ ਏਡੇ ਵੱਡਾ ਉਸਾਰੀ ਹੋਈ ਹੈ, ਤੇ ਗੁਰੂ ਸਾਰੇ ਸਿੱਖ ਜਿਹੜੇ ਆਉਂਦੇ ਹੋਣੇ ਗੁਰੂ ਸਾਹਿਬ ਨੂੰ ਮਿਲਣ, ਤੇ ਗੁਰੂ ਸਾਹਿਬ ਉੱਥੇ ਹੀ ਹੋਣਗੇ। ਬਟ ਕਮਾਲ ਦੀ ਬਾਤ ਹੈ ਕਿ ਅਗਲੇ 10-12 ਸਾਲ ਗੁਰੂ ਸਾਹਿਬ ਹਰਿਮੰਦਰ ਸਾਹਿਬ ਨਹੀਂ ਰਹੇ। ਉਹ ਇਮੀਡੀਏਟਲੀ ਉਸ ਤੋਂ ਬਾਅਦ 3 ਸਾਲਾਂ ਵਾਸਤੇ ਪੂਰਬ ਵਾਲੇ ਪਾਸੇ ਨਿਕਲ ਜਾਂਦੇ ਨੇ। ਪਿੰਡਾਂ ਵਿੱਚ ਕੀ ਕਰਦੇ ਨੇ? ਜਿੱਥੇ ਜਿੱਥੇ ਜਿਸ ਜਿਸ ਚੀਜ਼ ਦੀ ਲੋੜ ਹੈ ਲੋਕਾਂ ਨੂੰ ਐਡਵਾਈਸ ਕਰਦੇ ਨੇ, ਗਾਈਡ ਕਰਦੇ ਨੇ। ਸੁਪਰਸਟੀਸ਼ਨਸ ਕਹਿੰਦੇ ਛੱਡੋ, ਇੱਕ ਪਰਮਾਤਮਾ ਨੂੰ ਮੰਨੋ। ਜਿੱਥੇ ਜਿੱਥੇ ਲੋੜ ਹੈ ਖੂਹ ਲਵਾਉਂਦੇ ਨੇ, ਤਲਾਬ ਪਟਾਉਂਦੇ ਨੇ, ਬਾਗ ਲਵਾਉਂਦੇ ਨੇ। ਵਾਪਸ ਆਏ ਨੇ 3 ਸਾਲਾਂ ਬਾਅਦ। ਮੈਂ ਜਦੋਂ ਪਹਿਲੀ ਵਾਰ ਪੜ੍ਹਿਆ ਹੈਰਾਨ ਹੋ ਗਿਆ, ਹੈ 3 ਸਾਲ ਹਰਿਮੰਦਰ ਸਾਹਿਬ ਤੋਂ ਬਾਹਰ ਰਹੇ ਨੇ। 3 ਸਾਲਾਂ ਤੋਂ ਬਾਅਦ ਵਾਪਸ ਆ ਕੇ ਥੋੜ੍ਹਾ ਕੁ ਚਿਰ 1-2 ਮਹੀਨੇ ਉੱਥੇ ਰਹਿੰਦੇ ਨੇ, ਫਿਰ ਦੂਸਰੇ ਪਾਸੇ ਨਿਕਲ ਜਾਂਦੇ ਨੇ। 4 years ਕੰਪਲੀਟ, ਇੱਕ ਦਿਨ ਵੀ ਵਾਪਸ ਨਹੀਂ ਆਏ। ਵਾਪਸ ਆਉਂਦੇ ਨੇ, ਫਿਰ 3 ਸਾਲ ਦੂਜੇ ਬੰਨੇ ਨਿਕਲ ਜਾਂਦੇ ਨੇ।
ਉਹਨੇ ਚਿਰ ਨੂੰ ਪਤਾ ਲੱਗਦਾ ਲਾਹੌਰ ਵਿੱਚ ਕਾਲ ਪੈ ਗਿਆ, ਸੁੱਕਾ, ਕੋਈ ਫਸਲ ਨਹੀਂ, ਲੋਕ ਬੁਰਾ ਹਾਲ ਹੈ। ਗੁਰੂ ਸਾਹਿਬ ਸਿੱਖਾਂ ਨੂੰ ਵੀ ਆਰਡਰ ਕਰਦੇ ਨੇ, ਹੁਕਮ ਕਰਦੇ ਨੇ ਵੀ ਅੱਜ ਹੁਣ ਜਿਹੜੀ ਦਸਵੰਧ ਲਿਆਉਣੀ ਹੈ ਇੱਥੇ ਸਿੱਖਾਂ ਨੂੰ ਕਹੋ ਵੀ ਸਾਰੇ ਦਸਵੰਧ ਲੈ ਕੇ ਤੇ ਲਾਹੌਰ ਪੁੱਜਣ। ਗੁਰੂ ਸਾਹਿਬ ਆਪ ਵੀ ਲਾਹੌਰ ਵਾਲੇ ਪਾਸੇ ਚਲੇ ਜਾਂਦੇ ਨੇ। 8 ਮਹੀਨੇ ਲਗਾਤਾਰ ਉੱਥੇ ਰਹਿ ਕੇ ਸਿੱਖਾਂ ਸਮੇਤ ਉਸ ਅਕਾਲ ਜਿੱਥੇ ਪਿਆ ਸੀ ਉੱਥੇ ਲੋਕਾਂ ਦੀ ਜਿਹੋ ਜਿਹੀ ਵੀ ਜਿਸ ਤਰ੍ਹਾਂ ਵੀ ਹੋ ਸਕੀ ਉਹ ਉਹਨਾਂ ਦਾ ਭਲਾ ਸੇਵਾ ਜਿਹੜਾ ਕਾਰਜ ਕੀਤਾ। ਇਹ ਉਸ ਗੁਰੂ ਦੀ ਮੈਂ ਬਾਰੇ ਦੱਸ ਰਿਹਾ ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਅਜੇ ਨਵਾਂ ਨਵਾਂ ਵਸਿਆ ਸੀ, ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਹੈ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਕੰਪਾਈਲੇਸ਼ਨ ਕਰਨੀ ਹੈ, ਫਿਰ ਅਖੀਰ ਵਿੱਚ ਵੇਖੋ ਕੁਦਰਤ ਦਾ ਭਾਣਾ ਤੇ ਉਹਨੂੰ ਵੀ ਖਿੜੇ ਮੱਥੇ ਤੇਰਾ ਕੀਆ ਮੀਠਾ ਲੱਗਾ। ਇਹ ਹੈ ਸੇਵਾ ਦੀ ਬਾਤ। ਸੇਵਾ ਦੀ ਇੱਕ ਗੁਰਬਾਣੀ ਵਿੱਚ ਬਹੁਤ ਖੂਬਸੂਰਤ ਪੰਕਤੀ ਆਉਂਦੀ, ਸੱਚਮੁੱਚ ਅਸੀਂ ਸਿਰਫ ਗੁਰਦੁਆਰਿਆਂ ਦੇ ਅੰਦਰ ਕੀਤੇ ਜਾਣ ਵਾਲੇ ਕੰਮ ਨੂੰ ਹੀ ਸੇਵਾ ਸਮਝ ਲਿਆ। ਉੱਥੇ ਫਿਰ ਭਾਵੇਂ ਲੋੜ ਹੋਵੇ ਜਾਂ ਨਾ ਹੋਵੇ। ਆਈਮ ਸੌਰੀ ਟੂ ਸੇ, ਕਈ ਵਾਰ ਵੇਖਿਆ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਉੱਤੇ ਚੌਰ ਕਰਨ ਨੂੰ ਹੀ ਅਸੀਂ ਸੇਵਾ ਸਮਝ ਲੈਂਦੇ ਜਾਂ ਸਮਝਦੇ ਹਾਂ ਵੀ ਸ਼ਾਇਦ ਇਹੋ ਹੀ ਸਭ ਤੋਂ ਵੱਡੀ ਸੇਵਾ ਹੈ। ਇਟਸ ਆਲ ਰਾਈਟ, ਪਰ ਸੇਵਾ ਤਾਂ ਬਹੁਤ ਵੱਡਾ ਹੈ। ਇਹ ਸਾਰਾ ਸੰਸਾਰ ਸੇਵਾ ਦਾ ਹਿੱਸਾ ਹੈ। ਇਹ ਸਾਰਾ ਸੰਸਾਰ ਫੀਲਡ ਹੈ ਜਿੱਥੇ ਸੇਵਾ ਕਰਨੀ ਸਿੱਖਾਂ ਨੇ। ਮੇਰੇ ਮਨ 'ਚ ਕਈ ਵਾਰ ਖਿਆਲ ਆਉਂਦਾ ਹੁੰਦਾ, ਗੁਰੂ ਅਰਜਨ ਸਾਹਿਬ ਦੀ ਆਪਾਂ ਸ਼ਹਾਦਤ ਮਨਾਉਂਦੇ ਹਾਂ ਅਤੇ ਹਰ ਗੁਰਦੁਆਰੇ ਹਰ ਥਾਂ ਛਬੀਲਾਂ ਪਾਣੀ ਦਾ ਅਸੀਂ ਇੰਤਜ਼ਾਮ ਕਰਦੇ ਹਾਂ। ਸ਼ਾਇਦ ਕਿੰਨਾ ਖਰਚਾ ਅਸੀਂ ਉਹਦੇ ਕਰ ਦਿੰਦੇ ਹਰ ਸਾਲ ਕਰਦੇ ਹਾਂ। ਮੈਂ ਸੋਚਦਾ ਅਤੇ ਸ਼ਾਇਦ ਤੁਹਾਡੇ 'ਚੋਂ ਕੁਛ ਲੋਕ ਸਹਿਮਤ ਵੀ ਹੋਣਗੇ ਵੀ ਜੇ ਥੋੜ੍ਹੇ ਜਿਹੇ ਵੱਡੇ ਪੱਧਰ 'ਤੇ ਸੋਚੋ, ਗੁਰੂਆਂ ਦੀ ਲਾਈਫ ਹਿਸਟਰੀ ਵੱਲ ਪੜ੍ਹ ਕੇ ਵੇਖੋ ਵੀ ਗੁਰੂ ਸਾਹਿਬ ਸਾਡੇ ਇਹੋ ਜਿਹੀ ਸੇਵਾ ਤੋਂ ਮੇਰਾ ਖਿਆਲ ਖੁਸ਼ ਨਹੀਂ ਹੋਣਗੇ, ਕਿਉਂਕਿ ਉਹਨਾਂ ਦਾ ਕੀ ਨਜ਼ਰੀਆ ਹੋਏਗਾ ਵੀ ਕਿਵੇਂ ਮਨਾਉਣਾ। ਜੇ ਤੁਸੀਂ ਗੁਰਪੁਰਬ ਮਨਾਉਣਾ ਹੈ, ਉਹ ਚਾਹੁੰਣਗੇ ਕਿ ਇਸ ਇਲਾਕੇ ਦੇ ਸਿੱਖ ਇਕੱਠੇ ਹੋਣ, ਉਸ ਦਿਨ ਕਿਸੇ ਪਾਸੇ ਪਿੰਡ ਹੋਰ ਇਲਾਕੇ ਵਿੱਚ ਜਾਓ, ਪਤਾ ਕਰੋ ਜਿੱਥੇ ਪਾਣੀ ਦੀ ਥੁੜ ਹੈ, ਪਾਣੀ ਦੀ ਲੋੜ ਹੈ, ਉੱਥੇ ਪਾਣੀ ਦਾ ਪ੍ਰਬੰਧ ਕਰ ਦਿਓ। ਉੱਤੇ ਲਿਖ ਦਿਓ ਗੁਰੂ ਨਾਨਕ ਸਾਹਿਬ ਦੀ ਰਹਿਮਤ ਨਾਲ ਇਹ ਕੰਮ ਕੀਤਾ ਹੈ, ਗੁਰੂ ਅਰਜਨ ਸਾਹਿਬ ਦੀ ਯਾਦ ਵਿੱਚ ਕੀਤਾ ਹੈ। ਇਹ ਸੇਵਾ ਬਾਬਾ ਇਸ ਗੱਲ ਨੂੰ ਖੁਸ਼ ਹੋਏਗਾ, ਵਾਹ ਬਈ ਵਾਹ। ਪਰ ਅਸੀਂ ਇੰਤਹਾ ਪੈਸਾ ਲਾ ਕੇ, ਐਨਰਜੀ ਲਾ ਕੇ ਸਾਰਾ ਕੁਛ ਮਤਲਬ ਉੱਥੇ ਕਰੀ ਜਾ ਰਹੇ ਹਾਂ ਜਿੱਥੇ ਆਲਰੇਡੀ ਸਭ ਕੁਛ ਹੋਇਆ ਪਿਆ। ਅਸੀਂ ਜਿਹੜੇ ਪਾਣੀ ਨਾਲ ਆਲਰੇਡੀ ਰੱਜੇ ਹੋਏ ਨੇ ਉਹਨਾਂ ਨੂੰ ਪਿਆਈ ਜਾ ਰਹੇ। ਘਰੋਂ ਅਸੀਂ ਬ੍ਰੇਕਫਾਸਟ ਕਰਕੇ ਸਭ ਕੁਛ ਕਰਕੇ ਆਏ ਹਾਂ ਅਤੇ ਉਹਨਾਂ ਨੂੰ ਜ਼ਬਰਦਸਤੀ ਪਾਣੀ ਪਿਉਣਾ ਅਸੀਂ ਸਮਝਦੇ ਹਾਂ ਵੀ ਦੈਟਸ ਸੇਵਾ। ਉਸ ਤੋਂ ਥੋੜ੍ਹਾ ਜਿਹਾ ਲਾਂਬੇ ਜਾਓ, ਇਸੇ ਹਿੰਦੁਸਤਾਨ ਵਿੱਚ, ਇਸੇ ਦਿੱਲੀ ਦੇ ਆਊਟਰ ਫੀਲਡ ਵੇਖੋ ਜਰਾ, ਬੈਲਟ ਵਿੱਚ ਕੀ ਹੋ ਰਿਹਾ ਹੈ। ਕਿੰਨੇ ਲੋਕ ਭੁੱਖੇ ਨੇ, ਗਰੀਬ ਨੇ, ਪਾਣੀ ਦੀ ਅੱਜ ਵੀ ਪਾਣੀ ਦੀਆਂ ਪ੍ਰੋਬਲਮਸ ਨੇ। ਸਿੱਖਸ ਕੈਨ ਆਰਗੇਨਾਈਜ਼ ਦੈਮਸੈਲਵਸ ਐਂਡ ਦੇ ਕੈਨ ਹੈਲਪ। ਇਹ ਗੁਰੂਆਂ ਨੇ ਸੇਵਾ ਅੱਜ ਤੋਂ 600 ਸਾਲ ਪਹਿਲੋਂ ਕਰਦੇ ਰਹੇ। ਸਾਰੇ ਗੁਰੂ ਸਾਹਿਬਾਨ ਜਿੱਥੇ ਜਿੱਥੇ ਗਏ ਨੇ ਉਹਨਾਂ ਨੇ ਖੂਹ ਲਵਾਏ, ਤਲਾਬ ਲਵਾਏ, ਇਹ ਸੇਵਾ ਕਰਦੇ। ਸੇਵਾ ਕਿੱਥੇ ਕੀਤੀ ਜਾ ਸਕਦੀ? ਕੀ ਸਿਰਫ ਗੁਰਦੁਆਰੇ ਹੀ? ਗੁਰੂ ਸਾਹਿਬ ਦੀ ਬਹੁਤ ਖੂਬਸੂਰਤ ਪੰਕਤੀ ਹੈ ਬਾਣੀ ਵਿੱਚ, ਜਹ ਜਹ ਜਾਉ ਤਹਾਂ ਤੇਰੀ ਸੇਵਾ। ਇਹਦੇ ਜਰਾ ਮੀਨਿੰਗ ਸਮਝੋ। ਕਿੱਥੇ ਹੈ ਜੀ ਸੇਵਾ ਤੇਰੀ? ਜਹ ਜਹ ਜਾਉ ਤਾਂ ਤੇਰੀ ਸੇਵਾ। ਉਹ ਕਹਿੰਦੇ ਮੈਂ ਜਿੱਥੇ ਜਾਣਾ ਹੈ ਮੈਨੂੰ ਤੇਰੀ ਸੇਵਾ ਨਜ਼ਰ ਆ ਰਹੀ ਹੈ। ਕਿਉਂ? ਕਿਉਂਕਿ ਤੂੰ ਵਸਦਾ ਹੈ ਹਰ ਥਾਂ, ਤੂੰ ਵਸਦਾ ਹੈ ਹਰ ਇੱਕ ਵਿੱਚ। ਜੇ ਉਹ ਮੁਸਲਮਾਨੀ ਇਲਾਕੇ ਵਾਲੇ ਪਾਸੇ ਜਾਂਦੇ ਨੇ ਤਾਂ ਇਹ ਨਹੀਂ ਵੀ ਉੱਥੇ ਨਹੀਂ ਉਹ ਇੱਦਾਂ ਕਰਦੇ, ਇੱਦਾਂ ਹੀ ਉੱਥੇ ਵੀ ਹੈ। ਉਹ ਵਲੀ ਕੰਧਾਰੇ ਵਾਲੀ ਸਾਖੀ ਜਿਹੜੀ ਅਸੀਂ ਉਹਨੂੰ ਬਹੁਤਾ ਮੈਜੀਕਲ ਕਰ ਲਿਆ ਅੱਜ, ਉਹਦਾ ਅਲਟੀਮੇਟ ਇਹੋ ਹੀ ਹੈ। ਉੱਥੇ ਵੀ ਪਾਣੀ ਦਾ ਰਿਸੋਰਸ ਗੁਰੂ ਸਾਹਿਬ ਪੈਦਾ ਕਰਕੇ ਵਾਪਸ ਆਉਂਦੇ ਨੇ। ਆਪਣੀ ਉਸ ਯਾਤਰਾ ਦੇ ਦੌਰਾਨ ਕਈ ਜਗ੍ਹਾ ਉਹਨਾਂ ਨੇ ਖੂਹ ਤਲਾਬ ਇਸ ਤਰ੍ਹਾਂ ਦਾ ਕੀਤਾ ਸਾਰਾ। ਸੋ ਗੁਰੂ ਸਾਹਿਬ ਜਿੱਥੇ ਜਿਸ ਵੇਲੇ ਜਿਸ ਚੀਜ਼ ਦੀ ਲੋੜ ਹੈ ਉਸ ਤਰ੍ਹਾਂ ਦਾ ਕੰਮ ਕਰਕੇ ਉਹ ਹੈਲਪ ਕਰਦੇ ਨੇ। ਇੱਕ ਹੋਰ ਗੁਰੂ ਸਾਹਿਬ ਦੀ ਲਾਈਫ ਦਾ ਬਹੁਤ ਇੰਪੋਰਟੈਂਟ ਜਿਹੜਾ ਐਸਪੈਕਟ ਹੈ ਵੀ ਸਾਰੇ ਤੁਹਾਡੇ ਗੁਰੂਆਂ ਨੇ ਸ਼ਹਿਰ ਵਸਾਏ ਨੇ, ਸਿਟੀਜ਼, ਟਾਊਨਸ ਉਹਨਾਂ ਨੇ ਡਿਵੈਲਪ ਕੀਤੇ ਨੇ ਨਵੇਂ ਨਵੇਂ। ਉਹ ਕਾਹਦੇ ਵਾਸਤੇ ਕੀਤੇ ਆ? ਇਸੇ ਵਾਸਤੇ ਕੀਤੇ ਆ ਵੀ ਇਹਦੇ ਨਾਲ ਮਨੁੱਖਤਾ ਦੀ ਭਲਾ ਹੋਏਗਾ, ਮਨੁੱਖਤਾ ਦੀ ਸੇਵਾ ਹੋਏਗੀ, ਮਨੁੱਖਤਾ ਜਿਹੜੀ ਹੈ ਉਹ ਇੰਪਰੂਵ ਹੋਏਗੀ, ਮਨੁੱਖਤਾ ਜਿਹੜੀ ਹੈ ਅੱਗੇ ਨੂੰ ਚੱਲੇਗੀ। ਸੋ ਅਸੀਂ ਲੋਕ ਸਿੱਖਾਂ ਨੇ, ਕਈ ਵਾਰ ਹੈਰਾਨੀ ਵਾਲੀ ਗੱਲ ਹੁੰਦੀ ਹੈ, ਦੂਸਰੇ ਧਰਮ ਦੇ ਲੋਕ ਪੁੱਛਦੇ ਨੇ ਵੀ ਸਿੱਖ ਧਰਮ ਵਿੱਚ ਸ਼ਾਇਦ ਸੇਵਾ ਦਾ ਕਾਨਸੈਪਟ ਹੈ ਨਹੀਂ, ਬਿਕੋਜ਼ ਉਹ ਸ਼ਾਇਦ ਕੰਪੇਅਰ ਕਰਦੇ ਹੋਣਗੇ ਵੀ ਇਹ ਲੋਕ ਜ਼ਿਆਦਾਤਰ ਗੁਰਦੁਆਰੇ ਇਕੱਠੇ ਹੋ ਕੇ ਕੀਰਤਨ ਕਰਦੇ ਨੇ, ਉੱਥੇ ਹੀ ਕੁਛ ਕਰਦੇ ਨੇ, ਉਦੋਂ ਬਾਹਰ ਤਾਂ ਕੁਛ ਕਰਦੇ ਨਹੀਂ ਹੈ। ਅਸੀਂ ਕਹਿ ਸਕਦੇ ਹਾਂ ਵੀ ਦੂਸਰਿਆਂ ਨੂੰ ਅਸੀਂ ਕਹਿੰਦੇ ਹਾਂ ਵੀ ਸ਼ਾਇਦ ਹੋ ਸਕਦਾ ਸਾਨੂੰ ਗੱਲ ਚੰਗੀ ਲੱਗੇ ਇਹਨਾਂ ਨਾਲ, ਬਟ ਕਈ ਵਾਰ ਤੁਹਾਨੂੰ ਵੇਖਣਾ ਚਾਹੀਦਾ ਵੀ ਸੱਚਮੁੱਚ ਧਰਮ ਦਾ ਤਾਂ ਮਤਲਬ ਹੀ ਸੀ ਵੀ ਸੁਸਾਇਟੀ ਵੱਲ ਨੂੰ ਜਾਣਾ, ਸੁਸਾਇਟੀ ਨੂੰ ਹੈਲਪ ਕਰਨੀ, ਸੁਸਾਇਟੀ ਇੰਪਰੂਵ ਹੋਵੇ, ਲੋਕਾਂ ਦਾ ਭਲਾ ਹੋਵੇ।
ਜਦੋਂ ਅਸੀਂ ਆਨੇ ਰੱਬ ਜਿਹੜਾ ਉਹ ਕੁਦਰਤ ਵਿੱਚ ਵਸਦਾ ਹੈ, ਤੇ ਇਹਦਾ ਮਤਲਬ ਹੀ ਇਹ ਸੀ, ਸਰਵਿਸ ਟੂ ਮੈਨਕਾਈਂਡ ਇਜ਼ ਸਰਵਿਸ ਟੂ ਗॉड। ਸੋ ਇੱਕ ਤੇ ਇਹ ਹੋ ਗਿਆ ਵੀ ਰੱਬ ਫਾਰਮਲੈਸ ਹੈ, ਤੇ ਰੱਬ ਦੀ ਸੇਵਾ ਦਾ ਮਤਲਬ ਹੀ ਇਹ ਸੱਚਮੁੱਚ ਵੀ ਇਹ ਮਨੁੱਖਤਾ ਦੀ ਸੇਵਾ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ। ਹੁਣ ਸੇਵਾ ਦਾ ਸੱਚਮੁੱਚ ਮਤਲਬ ਉਹਨੂੰ ਨਾ ਮੈਜੀਕਲ ਮਕੈਨੀਕਲ ਨਾ ਸਮਝੋ। ਸੇਵਾ ਦਾ ਜਿਵੇਂ ਵੀਰ ਜੀ ਨੇ ਦੱਸਿਆ ਸਿੰਪਲ ਸਿਧਾਰਥ ਹੈ, ਜਿਹਦੇ ਨਾਲ ਦੂਸਰੇ ਦਾ ਭਲਾ ਹੁੰਦਾ ਹੋਵੇ। ਇਹ ਥਰਮਾਮੀਟਰ ਹੈ, ਇਹ ਇੱਥੋਂ ਮੈਜ਼ਰਮੈਂਟ ਕਰੋ, ਮੇਰੇ ਇਸ ਕੰਮ ਨਾਲ ਉਹਦਾ ਭਲਾ ਹੋਇਆ, ਉਹ ਤਨ ਕਰਕੇ, ਮਨ ਕਰਕੇ, ਧਨ ਕਰਕੇ ਕਿਸੇ ਲੈਵਲ 'ਤੇ ਹੋ ਸਕਦਾ। ਜੇ ਭਲਾ ਨਹੀਂ ਹੋ ਰਿਹਾ ਤਾਂ ਉਹ ਭਾਵੇਂ ਮੈਨੂੰ ਖੁਸ਼ੀ ਦੇ ਸਕਦੀ ਮੇਰੇ ਮਨ ਨੂੰ, ਪਰ ਉਹ ਸੇਵਾ ਦਾ ਹਿੱਸਾ ਨਹੀਂ ਬਣਦੀ ਵੱਡੇ ਤੌਰ 'ਤੇ। ਸੇਵਾ ਦੇ ਵਿੱਚ ਮਸਟ ਬੀ ਫਾਈਨੈਂਸ਼ੀਅਲੀ, ਫਿਜ਼ੀਕਲੀ, ਸਪਿਰਿਚੁਅਲੀ, ਮੈਂਟਲੀ, ਇਟ ਮਸਟ ਹੈਲਪ ਪੀਪਲ, it must make people to move forward। ਇਹ ਹੈ ਉਹ ਸੇਵਾ ਦਾ ਮਤਲਬ। ਤੇ ਸੱਚਮੁੱਚ ਸਿੱਖਾਂ ਨੂੰ ਮਤਲਬ ਹਿੰਦੁਸਤਾਨ, ਸਾਰੀ ਦੁਨੀਆ, ਦੇ ਆਰ ਵੇਟਿੰਗ ਫॉर ਅਸ, ਕਿਉਂਕਿ ਸਾਡੇ ਤੇ ਗੁਰੂਆਂ ਦੀ ਸਾਰੀ ਲਾਈਫ ਹੀ ਸੇਵਾ ਦੇ ਉੱਤੇ ਬਣੀ ਹੋਈ ਹੈ। ਉਹ ਬਾਣੀ ਨੂੰ, ਕੀਰਤਨ ਨੂੰ, ਨਾਮ ਨੂੰ ਇੱਕ ਇੰਸਟਰੂਮੈਂਟ ਦੇ ਤੌਰ 'ਤੇ ਵਰਤਦੇ ਨੇ, ਆਪਣਾ ਇੰਪਰੂਵਮੈਂਟ ਤੇ ਸਮਾਜ ਦਾ ਇੰਪਰੂਵਮੈਂਟ ਇੰਟਰਨਲੀ। ਇਹਦਾ ਬਾਹਰੀ ਹਿੱਸਾ ਹੈ ਸੇਵਾ, ਸੇਵਾ ਦੇ ਤੌਰ 'ਤੇ। ਕਿਉਂਕਿ ਨਾਮ ਵਿੱਚ, ਬਾਣੀ ਵਿੱਚ ਜੋ ਅਸੀਂ ਖੂਬੀਆਂ ਦੱਸਦੇ ਹਾਂ, ਉਹ ਸੇਵਾ ਦੇ ਥਰੂ ਉਹਨਾਂ ਨੇ ਮਤਲਬ ਹੋਂਦ ਵਿੱਚ ਆਉਣਾ, ਨਹੀਂ ਤੇ ਆਉਣਗੀਆਂ ਨਹੀਂ ਕਦੀ ਵੀ। ਪਰ ਅਸੀਂ ਸਿੱਖਾਂ ਨੇ, ਕਿਉਂਕਿ ਅਸੀਂ ਮਤਲਬ ਕੁਛ ਚੀਜ਼ਾਂ ਨੂੰ ਨਾ ਬਹੁਤ ਰਿਚੁਅਲਿਸਟਿਕ ਲੈਵਲ 'ਤੇ ਅਸੀਂ ਲੈ ਲਿਆ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਜੋ ਵੀ ਕੁਛ ਕਰਦੇ ਹਾਂ ਉਹ ਸਭ ਨੂੰ ਸੇਵਾ ਕਹਿੰਦੇ ਹਾਂ, ਅਤੇ ਉੱਥੇ ਸ਼ਾਇਦ ਸਮਝਦੇ ਹਾਂ ਵੀ ਇਹੋ ਹੀ ਸਭ ਤੋਂ ਵੱਡੀ ਸੇਵਾ। ਮਤਲਬ ਅਸੀਂ ਬਹੁਤ ਲਿਮਿਟਿਡ ਕਰ ਲਿਆ ਆਪਣੇ ਆਪ। ਮੈਂ ਕਈ ਵਾਰ ਕਹਿੰਦਾ ਚਲੋ ਸਾਰੇ ਨਹੀਂ ਐਗਰੀ ਹੋਣਗੇ, ਪਰ ਕੁਛ ਲੋਕ ਜਿਹੜੇ ਤੁਸੀਂ ਸਿਆਣੇ ਹੋ, ਸਮਝਦਾਰ ਹੋ, ਕੁਛ ਲੋਕ ਥੋੜ੍ਹੇ ਜਿਹੇ ਦੂਸਰੇ ਪਾਸੇ ਨੂੰ ਤੁਰੀਏ। ਸੇਵਾ ਲਈ ਬਹੁਤ ਵੱਡਾ ਏਰੀਆ ਸਾਡੇ ਕੋਲ ਹੈ। ਲੈਟ ਅਸ ਮੂਵ ਐਂਡ ਐਜੂਕੇਟ ਪੀਪਲ, ਲੈਟ ਅਸ ਮੂਵ ਐਂਡ ਹੈਲਪ ਪੀਪਲ, ਲੈਟ ਅਸ ਮੂਵ ਐਨਲਾਈਟਨ ਪੀਪਲ। ਆਪਣੇ ਫਿਰ ਆਉਂਦੇ ਚੈਰਿਟੀ ਬਿਗਿਨਸ ਕਿੱਥੇ? ਐਟ ਹੋਮ। ਤੁਹਾਡੇ ਆਪਣੇ ਫੈਮਿਲੀ ਰਿਲੇਸ਼ਨ ਵਿੱਚ, ਰਿਸ਼ਤੇਦਾਰਾਂ ਵਿੱਚ ਕਈ ਇਹੋ ਜਿਹੇ ਬੱਚੇ ਹੋਣਗੇ ਜਿਹੜੇ ਸਿਰਫ ਫਾਈਨੈਂਸ਼ੀਅਲ ਹੈਲਪ ਕਰਕੇ ਨਹੀਂ ਪੜ੍ਹ ਸਕਦੇ। ਕੀ ਤੁਸੀਂ ਚਾਹੋਗੇ ਵੀ ਮੈਂ ਉਹਦੀ ਉੱਥੇ ਉਹਨੂੰ ਹੈਲਪ ਕਰਾਂ ਤਾਂ ਕਿ ਮੇਰੀ ਹੈਲਪ ਕਰਕੇ ਉਹ ਜ਼ਿੰਦਗੀ 'ਚ ਪੜ੍ਹ ਸਕੇ, ਹਾਇਰ ਐਜੂਕੇਸ਼ਨ ਉਹ ਗ੍ਰਹਿਣ ਕਰ ਸਕੇ ਅਤੇ ਉਹਦੀ ਜ਼ਿੰਦਗੀ ਸੰਵਰ ਸਕੇ? ਸੇਵਾ ਦੇ ਨਾਲ ਕੁਛ ਹੋਰ ਚੀਜ਼ਾਂ ਸੰਬੰਧਿਤ ਨੇ ਵੀ ਸੇਵਾ ਦੇ ਨਾਲ ਅਸੀਂ ਬਹੁਤਾ ਕਰਕੇ ਜਦੋਂ ਸੇਵਾ ਕਰਦੇ ਹਾਂ ਤਾਂ ਉਹ ਡਿਸਪਲੇ, ਸ਼ੋ ਆਫ, ਹਉਮੈ ਦੇ ਨਾਲ ਰਿਲੇਟ ਕਰ ਲੈਂਦੇ ਹਨ। ਅਤੇ ਗੁਰਬਾਣੀ ਆਉਂਦੀ ਹੈ ਵੀ ਕੀ ਹਉਮੈ ਵਿੱਚ ਕੀਤੀ ਹੋਈ ਸੇਵਾ ਪ੍ਰਵਾਨ ਹੋਵੇਗੀ? ਗੁਰਬਾਣੀ ਆਉਂਦੀ ਨਹੀਂ। ਨਾਮ ਦਾ ਵੀ ਹਉਮੈ ਨਾਲ ਗੁਰੂ ਸਾਹਿਬ ਇਹੋ ਹੀ ਬਾਣੀ 'ਚ ਕਹਿੰਦੇ ਨੇ ਵੀ ਨਾਮ ਅਤੇ ਹਉਮੈ ਦੋਵੇਂ ਇੱਕ ਥਾਂ ਟਿਕ ਸਕਦੇ ਨੇ। ਗੁਰਬਾਣੀ ਕਹਿੰਦੀ ਨਹੀਂ ਬਈ, ਜਿੱਥੇ ਨਾਮ ਹੈ ਉੱਥੇ ਹਉਮੈ ਹੋ ਹੀ ਨਹੀਂ ਸਕਦੀ, ਅਤੇ ਜਿੱਥੇ ਹਉਮੈ ਹੈ ਉੱਥੇ ਫਿਰ ਇਹਦਾ ਮਤਲਬ ਵੀ ਨਾਮ ਨਹੀਂ ਅਜੇ ਆਇਆ। ਸੇਵਾ ਵਾਸਤੇ ਵੀ ਇਹੋ ਵਰਤਦੇ ਨੇ, ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਕਿਉਂਕਿ ਅਸਲ ਵਿੱਚ ਸੇਵਾ ਦਾ ਆਬਜੈਕਟਿਵ ਕੀ ਸੀ? ਜਰਾ ਸੋਚ ਕੇ ਵਿਚਾਰ ਕੇ ਵੇਖਿਓ, ਸੇਵਾ ਕਰਨੀ ਕਾਹਦੇ ਵਾਸਤੇ ਹੈ? ਸੇਵਾ ਦਾ ਆਬਜੈਕਟਿਵ ਸ਼ੋ ਆਫ, ਡਿਸਪਲੇ ਇਹ ਨਹੀਂ ਹੈ। ਸੇਵਾ ਦੇ ਦੋ ਆਬਜੈਕਟਿਵ ਨੇ। ਵੈਸੇ ਵੇਖਿਆ ਜਾਏ ਤੇ ਧਰਮ ਦਾ, ਨਾਮ ਦਾ, ਸੇਵਾ ਦਾ, ਹਰ ਚੀਜ਼ ਦੇ ਦੋ ਸਿੰਪਲ ਜਿਹੇ ਦੋ ਆਬਜੈਕਟਿਵ ਨੇ। ਇੱਕ ਤੇ ਹੈ ਇੰਡੀਵਿਜੂਅਲ ਲੈਵਲ ਤੇ ਆਪਣੀ ਇੰਪਰੂਵਮੈਂਟ, ਸੈਕੰਡ ਹੈ ਸਮਾਜ ਦੀ, ਸੁਸਾਇਟੀ ਦੀ, ਕੁਦਰਤ ਦੀ, ਮਨੁੱਖਤਾ ਦੀ ਇੰਪਰੂਵਮੈਂਟ। ਸੋ ਸੇਵਾ ਦੇ ਇਹ ਦੋ ਪਹਿਲੂ ਨੇ। ਸੇਵਾ ਕਰਕੇ ਮੇਰੇ ਵਿੱਚ ਨਿਮਰਤਾ ਆਏਗੀ, ਮੇਰੇ ਵਿੱਚ ਬ੍ਰਦਰਹੁੱਡ ਦਾ ਅਹਿਸਾਸ ਪੈਦਾ ਹੋਵੇਗਾ, ਮੇਰੇ ਵਿੱਚੋਂ ਡਿਸਕ੍ਰਿਮੀਨੇਸ਼ਨ ਨਿਕਲੇਗੀ, ਮੈਨੂੰ ਆਪਣਾਪਨ, ਮੈਨੂੰ ਇਹ ਦੁਨੀਆ ਦੇ ਲੋਕ ਆਪਣੇ ਨਜ਼ਰ ਆਉਣਗੇ। ਅਤੇ ਦੂਸਰਾ ਹੈ ਕਿ ਇਸ ਮੇਰੇ ਸੇਵਾ ਦੇ ਕੰਮ ਦੇ ਥਰੂ ਹੈਲਪ ਹੋਏਗੀ ਦੂਸਰਿਆਂ ਦੀ, ਦੂਸਰਿਆਂ ਦਾ ਭਲਾ ਹੋਏਗਾ, ਦੂਸਰਿਆਂ ਦੇ ਕੰਮ ਸਵਰਨਗੇ। ਇਹ ਦੋ ਆਬਜੈਕਟਿਵ ਨੇ। ਜੇ ਦੋਵੇਂ ਨਹੀਂ ਹੁੰਦੇ ਵੀ ਆਪਣੀ ਇੰਪਰੂਵਮੈਂਟ ਦੀ ਥਾਂ ਤੁਸੀਂ ਈਗੋਇਸਟ ਬਣ ਰਹੇ ਹੋ, ਦੂਸਰੇ ਦਾ ਭਲਾ ਵੀ ਸੱਚਮੁੱਚ ਨਹੀਂ ਹੋ ਰਿਹਾ, ਤਾਂ ਫਿਰ ਇਹ ਸੇਵਾ ਨਹੀਂ ਹੈ। ਇਹ ਸੇਵਾ ਨਹੀਂ ਹੈ। ਜ਼ਿੰਦਗੀ ਮਤਲਬ ਇਹਨਾਂ ਚੀਜ਼ਾਂ ਦਾ ਨਾ, ਸੇਵਾ ਦਾ ਮਤਲਬ ਹੀ ਹੈ ਇੱਕ ਸੇਵਾ ਦਾ। ਇਹ ਜਿੰਨੇ ਅਸੀਂ ਗੱਲਾਂ ਕਰਦੇ ਹਾਂ ਕੌਨਸੈਪਟ ਧਰਮ ਦੇ ਨਾਂ 'ਤੇ, ਇਹਨਾਂ ਦੇ ਸਭ ਦੇ ਪਿੱਛੇ ਜਿੰਨਾ ਚਿਰ ਉਹ ਜੇ
ਐਸੈਂਸ ਮਿਸ ਹੋ ਜਾਂਦੀ ਹੈ ਨਾ। ਸੇਵਾ ਦਾ ਮਤਲਬ ਸੀ ਵੀ ਸਰਵਿਸ ਵਾਲੀ ਭਾਵਨਾ ਮਨ ਬੰਦੇ ਦੇ ਵਿੱਚ ਆਵੇ, ਤੇ ਉਹ ਸਿਰਫ ਇੱਕ ਵੇਲੇ ਨਹੀਂ, ਉਹ ਥਰੂ ਆਊਟ ਲਾਈਫ। ਤੁਸੀਂ ਜ਼ਿੰਦਗੀ ਵਿੱਚ ਜੋ ਕੁਛ ਕਰੋ ਉਹ ਉਸ ਅਹਿਸਾਸ ਨਾਲ ਇਹ ਸਾਰੀ ਮਨੁੱਖਤਾ ਉਸ ਪਰਮਾਤਮਾ ਦੀ ਹੈ, ਉਹ ਇਹਦੇ ਵਿੱਚ ਵਸਦਾ ਹੈ। ਮੈਂ ਜੇ ਇਹਨਾਂ ਦੀ ਹੈਲਪ ਕਰ ਰਿਹਾ, ਸ਼ੋਅ ਆਫ ਡਿਸਪਲੇ ਦਾ ਮਤਲਬ ਹੀ ਨਹੀਂ। ਐਂਡ ਕਈ ਵਾਰ ਆਏ ਸਵਾਲ ਅਸੀਂ ਪੁੱਛਦੇ ਹਾਂ ਵੀ ਸੇਵਾ ਕਰਕੇ ਕੀ ਰੱਬ ਦੀ ਸਾਡੇ 'ਤੇ ਕਿਰਪਾ ਹੁੰਦੀ? ਅਸੀਂ ਸਾਰੇ ਸਮਝਦੇ ਇਸ ਤਰ੍ਹਾਂ, ਪਰ ਅਸੀਂ ਸੋਚਦੇ ਵੀ ਕਦੋਂ ਹੁੰਦੀ ਕਿਰਪਾ। ਇੱਕ ਵਾਰ ਮੈਨੂੰ ਕਿਸੇ ਨੇ ਸਵਾਲ ਪੁੱਛਿਆ ਵੀ ਕਦੋਂ ਕਿਰਪਾ ਹੁੰਦੀ, ਮੈਨੂੰ ਇਹਦਾ ਜਵਾਬ ਆਇਆ ਨਹੀਂ ਵੀ ਇਹ ਕਿਵੇਂ ਅਸੀਂ ਇਸ ਨੂੰ ਮਤਲਬ, ਉਹ ਕਹਿੰਦੇ ਸਾਨੂੰ ਸਮਝਾਓ ਕਿਵੇਂ ਕਿਰਪਾ ਹੋਏਗੀ, ਕਦੋਂ ਕਿਰਪਾ ਹੋਏਗੀ। ਬਾਅਦ ਵਿੱਚ ਮੈਨੂੰ ਇਹ ਪਤਾ ਲੱਗਦਾ ਹੈ, ਸਮਝ ਆਉਂਦੀ ਹੈ ਵੀ ਅਸਲ ਵਿੱਚ ਸੱਚੀ ਮੁੱਚੀ ਜੇ ਅਸੀਂ ਨਿਸ਼ਕਾਮ ਤੌਰ 'ਤੇ ਸੇਵਾ ਕਰਦੇ ਹਾਂ ਨਾ, ਕਿਸੇ ਦਾ ਭਲਾ ਕਰ ਰਹੇ ਹਾਂ, ਤੇ ਆਲਰੇਡੀ ਤੁਹਾਡੇ 'ਤੇ ਕਿਰਪਾ ਪਹਿਲਾਂ ਹੀ ਹੋ ਚੁੱਕੀ ਹੁੰਦੀ। ਤੇ ਜੇ ਪਹਿਲਾਂ ਨਹੀਂ ਹੋਈ ਤੇ ਫਿਰ ਬਾਅਦ ਵਿੱਚ ਹੋਣ ਵਾਲੀ ਵੀ ਆਸ ਛੱਡ ਦਿਓ, ਕਿਉਂਕਿ ਇਹਦਾ ਮਤਲਬ ਇਹ ਹੈ ਕਿ ਫਿਰ ਅਸੀਂ ਕਿਸੇ ਈਗੋ ਦੇ ਥਰੂ, ਡਿਸਪਲੇ ਦੇ ਥਰੂ, ਲਾਲਚ ਦੇ ਥਰੂ ਸੇਵਾ ਕਰ ਰਹੇ। ਤੇ ਗੁਰੂ ਸਾਹਿਬ ਕਹਿੰਦੇ ਵੀ ਲਾਲਚ ਦੇ ਥਰੂ ਸੇਵਾ, ਲਾਲਚ ਦਾ ਤੇ ਸੇਵਾ ਦਾ ਤਾਂ ਕੋਈ ਕੰਸਰਨ ਹੀ ਨਹੀਂ। ਬਾਣੀ ਵਿੱਚ ਆਉਂਦਾ ਨਾ, ਸੇਵਾ ਕਰਤ ਹੋਏ। ਹੁਣ ਦੇਖੋ ਅਸੀਂ ਪੜ੍ਹਦੇ ਸਾਰੇ, ਸਾਨੂੰ ਸਭ ਯਾਦ ਹੈ, ਪਰ ਇਹਨੂੰ ਜੇ ਇੰਪਲੀਮੈਂਟ ਕਿਤੇ ਹੋ ਜਾਏ, ਸੇਵਾ ਕਰਨੀ ਹੈ ਨਿਸ਼ਕਾਮ। ਤੁਸੀਂ ਕਹੋਗੇ ਨਿਸ਼ਕਾਮ ਕਿਉਂ ਕਰਨੀ? ਵੀ ਮੈਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਨਹੀਂ, ਜੇ ਤੁਸੀਂ ਉਹ ਇਸ ਫਾਇਦੇ ਨੂੰ ਸਮਝੋਗੇ ਤੇ ਉਹ ਤੇ ਥੋੜ੍ਹਾ ਜਿਹਾ ਮਟੀਰੀਅਲਿਸਟਿਕ ਫਾਇਦਾ ਹੋਏਗਾ। ਜੇ ਇਸ ਮਟੀਰੀਅਲਿਸਟਿਕ ਫਾਇਦੇ ਨੂੰ ਛੱਡ ਦਿਓਗੇ, ਨਿਸ਼ਕਾਮ ਭਾਵਨਾ ਨਾ ਕਰੋਗੇ, ਤੇ ਇੰਨਾ ਵੱਡਾ ਫਾਇਦਾ ਹੋਏਗਾ ਵੀ ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਦੈਟ ਵਿਲ ਚੇਂਜ ਯੂਅਰ ਲਾਈਫ। ਉਹ ਜਿਹੜੀ ਪੀਸ ਅਤੇ ਹੈਪੀਨੈਸ ਨੂੰ ਨਾ, ਅਸੀਂ ਅੱਜ ਜਿਵੇਂ ਆਬਜੈਕਟਸ ਅਸੀਂ ਬਾਈ ਕਰਦੇ ਹਾਂ, ਅਸੀਂ ਇਸ ਤਰ੍ਹਾਂ ਉਹਨਾਂ ਨੂੰ ਖਰੀਦਣਾ ਚਾਹੁੰਦੇ ਹਾਂ ਕਿ ਕਿਤੇ ਮਿਲਦੇ ਹੋਣ, ਮੁੱਲ ਪੈਸੇ ਦੇ ਕੇ ਲੈ ਲਈਏ, ਅਖੰਡ ਪਾਠ ਕਰਾ ਕੇ ਲੈ ਲਈਏ, ਕੀਰਤਨ ਕਰਾ ਕੇ ਲੈ ਲਈਏ। ਐਕਚੁਅਲੀ ਵੀ ਆਰ ਅਸੀਂ ਬਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਚੀਜ਼ਾਂ ਬਾਈ ਨਹੀਂ ਹੁੰਦੀਆਂ। ਬਾਣੀ ਆਂਦੀ ਬੇਸਿਕਲੀ ਉਹ ਤੁਹਾਡੇ ਨਾਲ ਹੀ ਨੇ, ਐਗਜ਼ਿਸਟ ਕਰਦੀਆਂ ਤੁਹਾਡੇ ਅੰਦਰ ਹੀ। ਸ਼ਾਂਤੀ, ਪੀਸ, ਹੈਪੀਨੈਸ, ਕੰਟੈਂਟਮੈਂਟ, ਦੇ ਆਰ ਨਾਟ ਆਊਟਸਾਈਡ ਸਮਵੇਅਰ, ਨੈਵਰ। ਉਹ ਤੁਹਾਡੇ ਅੰਦਰ ਹੀ ਨੇ। ਤੁਹਾਡੇ ਐਟੀਟਿਊਡ ਬਦਲਣ ਨਾਲ ਉਹ ਤੁਹਾਡੇ ਸਾਹਮਣੇ ਆ ਜਾਣਗੇ। ਜੇ ਐਟੀਟਿਊਡ ਨਹੀਂ ਬਦਲਦਾ, ਜੇ ਪਰਸੈਪਸ਼ਨ ਨਹੀਂ ਬਦਲਦਾ, ਜੇ ਸੇਵਾ ਹੋ ਰਹੀ ਆ ਮਕੈਨੀਕਲ ਤੌਰ 'ਤੇ ਹੋ ਰਹੀ ਆ, ਆਬਜੈਕਟਿਵ ਕੁਛ ਹੋਰ ਹੈ, ਤੇ ਉਹਦਾ ਗੇਨ ਨਹੀਂ ਹੋਏਗਾ। ਕੀ ਗੇਨ ਹੋਏਗਾ? ਜੇ ਆਬਜੈਕਟਿਵ ਸਾਫ ਸੁਥਰਾ ਹੈ, ਪਿਓਰਿਟੀ ਹੈ, ਬਾਣੀ ਵਿੱਚ ਇੱਕ ਨਹੀਂ ਸੈਂਕੜੇ ਪੰਕਤੀਆਂ ਇਹੋ ਜਿਹੀਆਂ ਮਿਲਣਗੀਆਂ। ਸੋ ਸੇਵਕ ਹਰ ਆਖੀਐ, ਹਰੀ ਦਾ ਸੇਵਕ ਉਹ ਹੈ ਜੋ ਹਰ ਰਾਖੈ ਉਰ ਧਾਰ। ਵਾਹਿਗੁਰੂ ਨੂੰ ਸਦਾ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ, ਵੀ ਉਹਨੂੰ ਯਾਦ ਰੱਖਦਾ ਮੈਂ ਹਰੀ ਦੀ ਸੇਵਾ ਕਰ ਰਿਹਾ। ਤੁਸੀਂ ਮਨੁੱਖਤਾ ਦੀ ਸੇਵਾ ਦੇ ਕਰਕੇ ਸਮਝਣਾ ਵੀ ਇਹ ਅਸਲ ਵਿੱਚ ਇਹ ਹਰੀ ਦੀ ਸੇਵਾ ਹੈ। ਇਹ ਗੱਲ ਨਾ ਬਹੁਤ ਇੰਪੋਰਟੈਂਟ ਹੈ, ਸਾਨੂੰ ਸਮਝਣ ਦੀ ਲੋੜ ਵੀ ਰੱਬ ਦੀ ਸੇਵਾ ਕੀ ਹੈ। ਅਸੀਂ ਲੋਕਾਂ ਨੇ ਇਸ ਤਰ੍ਹਾਂ ਹੀ ਸਮਝ ਲਿਆ ਸੀ, ਕਿਸੇ ਆਈਡਲ ਦੀ ਸੇਵਾ, ਕਿਸੇ ਸਟੈਚੂ ਦੀ ਸੇਵਾ, ਕਿਸੇ ਮੂਰਤੀ ਦੀ ਸੇਵਾ, ਉਸ ਨੂੰ ਸ਼ਾਇਦ ਸਮਝ ਲੈਂਦੇ ਹਾਂ ਵੀ ਇਹ ਰੱਬ ਦੀ ਸੇਵਾ। ਪਰ ਰੱਬ ਤੇ ਫਾਰਮਲੈਸ ਹੈ, ਰੱਬ ਤੇ ਆਲ ਪਰਵੇਡਿੰਗ ਹੈ, ਰੱਬ ਤੇ ਆਪਣੀ ਕੁਦਰਤ ਵਿੱਚ ਵਸਦਾ ਹੈ। ਤੇ ਰੱਬ ਦੀ ਸੇਵਾ ਅਸਲ ਵਿੱਚ ਇਹ ਮਨੁੱਖਤਾ ਦੀ ਸੇਵਾ ਹੈ। ਰੱਬ ਦੀ ਸੇਵਾ ਅਸਲ ਵਿੱਚ ਰੱਬ ਦੇ ਬੰਦਿਆਂ ਦੀ ਸੇਵਾ ਹੈ, ਉਹ ਵੀ ਨਿਸ਼ਕਾਮ ਭਾਵਨਾ ਤੋਂ। ਸੋ ਗੁਰੂ ਸਾਹਿਬ ਆਂਦੇ, ਮਨ ਤਨ ਸੌਂਪੈ ਆਗੇ ਧਰੈ, ਹਉਮੈ ਵਿੱਚੋਂ ਮਾਰ। ਹਉਮੈ ਛੱਡ ਕੇ ਵਾਹਿਗੁਰੂ ਨੂੰ ਸਦਾ ਆਪਣੇ ਅੰਗ ਸੰਗ, ਆਪਣੇ ਅੰਦਰ ਲੋਕਾਂ ਵਿੱਚ ਮਹਿਸੂਸ ਕਰਦਾ ਹੋਇਆ ਇਸ ਤਰ੍ਹਾਂ ਸੇਵਾ ਕਰੇ। ਫਿਰ ਇੱਕ ਜਗ੍ਹਾ ਲਿਖਦੇ ਨੇ, ਨਿਹ ਕਪਟ ਸੇਵਾ ਕੀਜੇ ਹਰ ਕੇਰੀ, ਤਾਂ ਸਰਬ ਸੁਖ ਪਾਈਐ ਮੇਰੇ ਮਨ। ਨਿਹ ਕਪਟ, ਵਿਦਾਊਟ ਡਿਸੈਪਸ਼ਨ, ਵਿਦਾਊਟ ਗਰੀਡ, ਵਿਦਾਊਟ ਸੈਲਫਿਸ਼ਨੈਸ। ਇੱਕ ਜਗ੍ਹਾ ਹੋਰ ਲਿਖਦੇ ਨੇ, ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਜਿਹੜਾ ਹੰਕਾਰ ਕਰਦਾ ਸੇਵਾ ਕਰਕੇ, ਕਿਉਂਕਿ ਸੇਵਾ ਦਾ ਤੇ ਮਤਲਬ ਹੀ ਸੀ ਸਰਵੈਂਟ, ਸਰਵਿਸ ਤੋਂ ਬਣਿਆ ਸਰਵੈਂਟ। ਸੋ ਸਰਵੈਂਟ ਕਿਹਨੂੰ ਆਉਂਦੇ ਨੇ? ਜਿਹੜਾ ਸਰਵੈਂਟ ਬੜਾ ਹੰਕਾਰ ਕਰਦਾ ਹੋਵੇ ਉਹ ਸਰਵੈਂਟ ਰਹਿ ਨਹੀਂ ਸਕਦਾ, ਇਹੋ ਜਿਹੇ ਸਰਵੈਂਟ ਨੂੰ ਕੋਈ ਨਹੀਂ ਰੱਖੇਗਾ। ਸੋ ਸਰਵੈਂਟ ਦਾ ਤੇ ਮਤਲਬ ਹੀ ਸੀ ਉਹ ਭਾਵਨਾ ਲਾਈਫ ਵਿੱਚ, ਜ਼ਿੰਦਗੀ ਵਿੱਚ, ਮਨ ਵਿੱਚ ਆਏ। ਸੋ ਇਸ ਤਰ੍ਹਾਂ ਹਉਮੈ ਦੀ ਗੱਲ ਆਉਂਦੀ ਹੈ, ਸੇਵਾ ਦਾ ਅਤੇ ਹਉਮੈ ਦਾ ਗੁਰਬਾਣੀ ਵਿੱਚ ਵੀ ਇਹਨਾਂ ਦਾ ਬਿਲਕੁਲ ਕੋਈ ਆਪਸ ਵਿੱਚ ਰਿਸ਼ਤਾ ਨਹੀਂ, ਦੋਵੇਂ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਸੋ ਇਹ ਅਸੀਂ ਜਦੋਂ ਗੱਲ ਕਰਦੇ ਹਾਂ ਮਨੁੱਖਤਾ ਦੀ ਸੇਵਾ, ਇਹ ਰੱਬ ਦੀ ਸੇਵਾ ਹੈ। ਅਤੇ
ਇਹਦੇ ਨਾਲ ਹੀ ਆਉਂਦੀ ਹੈ ਅੱਜ ਸਾਡੇ ਸਮਾਜ ਵਿੱਚ ਅਸੀਂ ਵੇਖ ਰਹੇ ਹਾਂ ਕਿ ਸਮਾਜ ਦਾ ਕੁਝ ਹਿੱਸਾ ਲੋਕ ਅਸੀਂ ਸਾਰੇ ਉਹਦੇ ਵਿੱਚ ਹਾਂ, ਬਾਹਰ ਜਾ ਕੇ ਗੁਰਦੁਆਰੇ ਵਿੱਚ ਮੰਦਿਰ ਵਿੱਚ ਸੇਵਾ ਕਰਦੇ ਹਾਂ, ਪਰ ਘਰ ਵਿੱਚ ਆਪਣੇ ਪਰਿਵਾਰ ਵਿੱਚ ਆਪਣੀ ਫੈਮਿਲੀ ਮੈਂਬਰਸ ਆਪਣੇ ਪੇਰੈਂਟਸ ਸਭ ਤੋਂ ਵੱਡੀ ਜਿਹੜੀ ਗੱਲ ਹੈ, ਉਹਨਾਂ ਦੀ ਸੇਵਾ ਸ਼ਾਇਦ ਸਾਨੂੰ ਧਰਮ ਦੀ ਜਾਂ ਰੱਬ ਦੀ ਸੇਵਾ ਨਜ਼ਰ ਨਹੀਂ ਆਉਂਦੀ। ਜੇ ਸੋਚੋ ਜਰਾ, ਮੈਨੂੰ ਤਾਂ ਜਦੋਂ ਦੀ ਇਹ ਗੱਲ ਸਮਝ ਆਈ ਵੀ ਜੇ ਪਰਮਾਤਮਾ ਮਨੁੱਖਾਂ ਵਿੱਚ ਵਸਦਾ ਹੈ ਤਾਂ ਸਭ ਤੋਂ ਕਲੋਜ਼ੈਸਟ ਰਿਲੇਸ਼ਨਸ਼ਿਪ ਮੇਰੇ ਵਾਸਤੇ ਹੈ ਮੇਰੇ ਪੇਰੈਂਟਸ, ਜਿਨ੍ਹਾਂ ਦੇ ਨਾਲ ਬਲੱਡ ਰਿਲੇਸ਼ਨ ਹੈ ਮੇਰਾ, ਜਿਹਨੂੰ ਕਿਸੇ ਕੀਮਤ 'ਤੇ ਡਿਫਾਈ ਨਹੀਂ ਕੀਤਾ ਜਾ ਸਕਦਾ। ਤੁਸੀਂ ਉਹਨਾਂ ਦੇ ਬੋਰਨ ਹੋ, ਉਹਨਾਂ ਦੇ ਬ੍ਰੌਟਅਪ ਹੋ, ਉਹ ਸੇਵਾ ਦੇ ਵਿੱਚ ਆਉਂਦੇ ਨੇ ਕਿ ਨਹੀਂ? ਅਤੇ ਜੇ ਸਾਨੂੰ ਉਹ ਭਾਰ ਲੱਗਦੇ ਨੇ, ਭਾਈ ਗੁਰਦਾਸ ਜੀ ਨੂੰ ਪੁੱਛੋ, ਇੱਕ ਪੂਰੀ ਦੀ ਪੂਰੀ ਪੌੜੀ ਹੈ ਮਾਂ ਪਿਓ ਦੀ ਸੇਵਾ ਉੱਤੇ। ਉਹ ਗਿਣਤੀ ਕਰਕੇ ਲਿਖਦੇ ਨੇ ਵੀ ਧਰਮ ਦੇ ਨਾਂ 'ਤੇ ਜਿੰਨੇ ਵੀ ਕਰਮ ਕਰਦੇ ਹੋ ਨਾ ਤੁਸੀਂ, ਜੇ ਮਾਂ ਪਿਓ ਦੀ ਸੇਵਾ ਨਹੀਂ ਕੀਤੀ, ਉਹ ਕਹਿੰਦੇ ਸਾਰੇ ਹੀ ਬੇਕਾਰ ਨੇ। ਲਿਟਰਲੀ ਹੀ ਰਾਈਟਸ ਦੈਟ। ਮਾਂ ਪਿਓ ਪਰਹਰ ਕਰੇ ਸੇਵ, ਇਸ ਤਰ੍ਹਾਂ ਦੀ ਪੰਕਤੀ ਹੈ, ਕਿਤੇ ਜਾ ਕੇ ਤੁਸੀਂ ਲੱਭ ਸਕਦੇ ਹੋ। ਮਾਂ ਪਿਓ ਪਰਹਰ, ਪਰਹਰ ਮਾਨੇ ਛੱਡ ਕੇ। ਮਾਂ ਪਿਓ ਨੂੰ ਛੱਡ ਕੇ ਮਨੁੱਖ ਜਿੰਨੇ ਮਰਜ਼ੀ ਤੀਰਥਾਂ 'ਤੇ ਨਾ ਲਏ, ਜਿੱਥੇ ਮਰਜ਼ੀ ਚਲਿਆ ਜਾਵੇ, ਜੋ ਮਰਜ਼ੀ ਕਰ ਲਵੇ, ਉਹ ਕਹਿੰਦੇ ਸਭ ਬੇਕਾਰ ਨੇ। ਕਿਉਂ? ਕਿਉਂਕਿ ਜਿਸ ਪਰਮਾਤਮਾ ਨੂੰ ਲੱਭਦੇ ਹੋ, ਜਿਹਦਾ ਪਾਠ ਕਰਦੇ ਹੋ, ਜਿਹਦੀ ਪੂਜਾ ਕਰਦੇ ਹੋ, ਉਹ ਤਾਂ ਲੋਕਾਂ ਵਿੱਚ ਵਸਦਾ ਹੈ। ਅਤੇ ਜਿਸ ਨੂੰ ਆਪਣੇ ਮਾਂ ਬਾਪ ਵਿੱਚੋਂ ਵੀ ਉਹ ਰੱਬ ਨਜ਼ਰ ਨਹੀਂ ਆ ਰਿਹਾ, ਹੋਰ ਕਿਹਦੇ ਵਿੱਚੋਂ ਆਏਗਾ? ਉਹ ਹਿਪੋਕ੍ਰੇਸੀ ਹੋਏਗੀ, ਵਿਖਾਵਾ ਹੋਏਗਾ। ਸੋ ਇਹ ਗੁਰਬਾਣੀ ਨੇ ਸਾਨੂੰ, ਸਾਡੀ ਹਿਸਟਰੀ ਨੇ, ਸਾਡੀ ਸਾਰੀ ਸਿੱਖ ਟ੍ਰੈਡੀਸ਼ਨ ਨੇ ਇਹ ਦੱਸਿਆ। ਗੁਰੂਆਂ ਦੇ ਵੇਲੇ ਗੱਲ ਬੜੀ ਆਮ ਸੀ, ਗੁਰੂ ਸਾਹਿਬ ਕਹਿੰਦੇ ਹੁੰਦੇ ਸੀ ਵੀ ਮੈਨੂੰ ਮੇਰੇ ਸਿੱਖ ਦੀ ਸੇਵਾ ਜਿਹੜੀ ਉਹ ਮੇਰੀ ਸੇਵਾ ਹੈ। ਲਿਟਰਲੀ ਦੇ ਯੂਜ਼ ਟੂ ਸੇ ਦਿਸ। ਜੇ ਕਿਸੇ ਸਿੱਖ ਦੀ ਤੁਸੀਂ ਭਲਾ ਕਰਤਾ ਹੈ ਨਾ, ਉਹ ਇੰਝ ਹੈ ਵੀ ਤੁਸੀਂ ਮੇਰਾ ਭਲਾ ਕੀਤਾ। ਕਿਸੇ ਸਿੱਖ ਨੂੰ ਜਲ ਛਕਾਇਆ ਪਿਆਸੇ ਨੂੰ, ਉਹ ਮੈਨੂੰ ਜਲ ਛਕਾਉਣ ਦੇ ਵਾਂਗ ਬਰਾਬਰ। ਇਹ ਸਾਡੀ ਸਿੱਖੀ ਦੀ ਮਤਲਬ ਨਾ ਹਿਸਟਰੀ 'ਚ ਤੁਸੀਂ ਜਾ ਕੇ ਵੇਖੋ, ਸਿੱਖ ਆਪਸ ਵਿੱਚ ਇੰਨਾ ਪਿਆਰ ਹੁੰਦਾ ਸੀ ਉਹਨਾਂ ਦਾ, ਇੰਨਾ ਇਤਫਾਕ। ਇੱਕ ਸਿੱਖ ਨੂੰ ਲੋੜ ਹੋਵੇ, ਦੂਜਾ ਸਿੱਖ ਮਤਲਬ ਉਹਨੂੰ ਨੀਂਦ ਨਹੀਂ ਸੀ ਆਉਂਦੀ। ਸਾਖੀਆਂ ਵੇਖੋ, ਇੱਕ ਨਹੀਂ, ਹੈਰਾਨੀਜਨਕ ਸਾਡੀ ਹਿਸਟਰੀ ਭਰੀ ਹੋਈ। ਕਿਉਂਕਿ ਗੁਰੂਆਂ ਨੇ ਦੱਸਿਆ ਸੀ ਵੀ ਸਾਡੀ ਸੇਵਾ, ਮੈਂ ਤਾਂ ਇੱਥੇ ਹਾਂ, ਸਿੱਖ ਜਿੱਥੇ ਜਿੱਥੇ ਵੀ ਹਨ, ਜਿਹੜਾ ਵੀ ਕੋਈ ਦੂਸਰੇ ਸਿੱਖ ਦੀ ਹੈਲਪ ਕਰਦਾ ਹੈ, ਜਿਸ ਤਰ੍ਹਾਂ ਤਰੀਕੇ ਨਾਲ ਵੀ, ਜੇ ਬਿਜ਼ਨਸ ਕਰਦਾ ਉਹ ਦੂਸਰੇ ਸਿੱਖਾਂ ਦੀ ਹੈਲਪ ਕਰੇ ਉਸ ਢੰਗ ਨਾਲ। ਜੇ ਕਿਸੇ ਦੀ ਸ਼ੌਪ ਹੈ, ਜਿਸ ਵੀ ਏਰੀਏ ਵਿੱਚ ਜਿੱਥੇ ਜਿੱਥੇ ਵੀ ਬੰਦਾ ਹੈ, ਆਪਣੇ ਆਪਣੇ ਢੰਗ ਨਾਲ ਦੂਸਰਿਆਂ ਦੀ ਹੈਲਪ ਕਰਨੀ। ਜਿਵੇਂ ਵੀਰ ਜੀ ਨੇ ਦੱਸਿਆ, ਤਨ ਮਨ ਧਨ, ਇਹ 3 ਤਰੀਕੇ ਨੇ, ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ, ਬਟ ਇਟ ਮਸਟ ਇੰਪਰੂਵ ਯੂ, ਮੇਕ ਯੂ ਬੈਟਰ ਪਰਸਨ, ਮੇਕ ਯੂ ਮੋਰ ਹੰਬਲ। ਸੇਵਾ ਕਰਕੇ ਨਿਮਰਤਾ ਆਉਣੀ ਹੈ, ਸੇਵਾ ਕਰਕੇ ਹਾਰਟ ਨੇ ਹੋਰ ਵੱਡਾ ਹੋਣਾ, ਵਡੇਰਾ ਹੋਣਾ, ਅਤੇ ਸੇਵਾ ਕਰਕੇ ਦੂਸਰੇ ਦਾ ਭਲਾ, ਅਤੇ ਨਿਹਕਪਟ ਅਤੇ ਨਿਸ਼ਕਾਮ, ਬਿਨਾਂ ਕਿਸੇ ਲਾਲਚ ਦੇ। ਇਹ ਗੁਰਬਾਣੀ 'ਚ ਪੰਕਤੀ ਤੁਸੀਂ ਸੁਣਦੇ ਹੋਵੋਗੇ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਏ। ਸੰਤੋਖੀ ਮਾਨੇ ਸੰਤੋਖੀਆਂ ਨੇ। ਵੀ ਜੇ ਸੰਤੋਖ ਨਹੀਂ ਤਾਂ ਫਿਰ ਸੇਵਾ ਕਾਹਦੀ? ਉਹ ਤਾਂ ਲਾਲਚ ਵਾਸਤੇ ਕੀਤੀ ਹੈ। ਸੰਤੋਖ ਨਾਲ, ਪੇਸ਼ੈਂਸ ਨਾਲ, ਉਹ ਸੇਵਾ ਨੂੰ ਸੱਚਮੁੱਚ ਸੇਵਾ ਦੇ ਤੌਰ 'ਤੇ ਸਮਝ ਕੇ ਉਹਨੂੰ ਫਿਰ ਇਸ ਗੁਣ ਨੂੰ ਆਪਣੀ ਲਾਈਫ ਵਿੱਚ ਲੈ ਕੇ ਆਉਣਾ। ਜ਼ਿੰਦਗੀ ਵਿੱਚ ਤੁਸੀਂ ਜੋ ਕੁਛ ਕਰਦੇ ਹੋ, ਹੋਮ ਮੇਕਿੰਗ ਤੋਂ ਲੈ ਕੇ ਤੁਸੀਂ ਪੜ੍ਹਾਉਂਦੇ ਹੋ, ਟੀਚਰ ਹੋ, ਡਾਕਟਰ ਹੋ, ਵੇਅਰ ਐਵਰ ਯੂ ਆਰ, ਤੁਸੀਂ ਲਾਇਰ ਹੋ, ਬੇਸਿਕਲੀ ਯੂ ਆਰ ਸਰਵਿੰਗ ਪੀਪਲ, ਯੂ ਆਰ ਸਰਵਿੰਗ ਦੀ ਸੋਸਾਇਟੀ, ਯੂ ਆਰ ਸਰਵਿੰਗ ਕਮਿਊਨਿਟੀ। ਇੱਕ ਕਿਸਮ ਨਾਲ ਤੁਸੀਂ ਉਸ ਰੱਬ ਦੀ ਸੇਵਾ ਹੀ ਕਰ ਰਹੇ ਹੋ, ਅਤੇ ਉਲਟਾ ਉਹਦੇ ਨਾਲ ਤੁਹਾਨੂੰ ਉਹਦੀ ਸੈਲਰੀ ਮਿਲ ਰਹੀ, ਯੂ ਆਰ ਬੀਇੰਗ ਪੇਡ। ਸੋ ਇਹ ਲਾਈਫ ਦਾ ਮਤਲਬ ਐਟੀਟਿਊਡ ਬਦਲ ਕੇ ਤੁਸੀਂ ਸਾਰੀ ਜ਼ਿੰਦਗੀ ਨੂੰ ਫੁੱਲ ਆਫ ਸਰਵਿਸ ਕਰ ਸਕਦੇ। ਉਹਦੇ ਲਈ ਇਹ ਕਰਕੇ ਫਿਰ ਤੁਹਾਨੂੰ ਪੀਸ ਅਤੇ ਹੈਪੀਨੈਸ ਨੂੰ ਵੱਖਰਿਆਂ ਨਹੀਂ ਲੱਭਣ ਦੀ ਲੋੜ ਹੋਏਗੀ, ਉਹ ਆਲਰੇਡੀ ਤੁਹਾਡੇ ਕੋਲ ਹੋਏਗੀ। ਅਤੇ ਜੇ ਵੱਖਰਾ ਵੱਖਰਾ ਕਰਕੇ ਚਲੋਗੇ, ਫਿਰ ਕੰਮ ਤਾਂ ਉਹੀ ਕਰਨਾ ਹੈ, ਉਹੀ ਸਾਰਾ ਕੁਛ ਕਰੋਗੇ, ਉਹ ਬਰਡਨ ਬਣੇਗਾ, ਉਹਨੂੰ ਭਾਰ ਸਮਝ ਕੇ ਕਰੋਗੇ, ਅਤੇ ਸ਼ਾਂਤੀ ਅਤੇ ਪੀਸ ਲਈ ਹੋਰ ਪਾਸਿਆਂ ਵੱਲ ਭਟਕਦੇ ਰਹੋਗੇ, ਹੋਰ ਪਾਸਿਆਂ ਵੱਲ ਭੱਜੇ ਫਿਰੋਗੇ। ਅਖੀਰ ਵਿੱਚ ਮੈਂ ਫਿਰ ਇੱਕ ਬਹੁਤ ਹੀ ਖੂਬਸੂਰਤ ਪੰਕਤੀ ਕਿਸੇ ਕਵੀ ਦੀ ਲਿਖੀ ਹੋਈ ਹੈ, ਉਸ ਨੂੰ ਕਹਿ ਕੇ ਸਮਾਪਤੀ ਕਰਾਂਗਾ। ਮਾਂ ਪਿਓ ਦੀ ਸੇਵਾ ਬਾਰੇ, ਅਤੇ ਸ਼ਾਇਦ ਤੁਹਾਡੇ 'ਚੋਂ ਕਈਆਂ ਨੇ ਸੁਣੀ ਹੋਵੇ, ਬਹੁਤ ਹੀ ਖੂਬਸੂਰਤ। ਜੋ ਸਵੇਰੇ ਉੱਠ ਮਾਂ ਬਾਪ ਦੇ ਪੈਰੀਂ ਹੱਥ ਲਾਵੇ, ਜੋ ਸਵੇਰੇ ਉੱਠ
ਮਾਂ ਬਾਪ ਦੇ ਪੈਰੀਂ ਹੱਥ ਲਾਵੇ, ਚਾਰ ਧਾਮ ਤੀਰਥ ਫਲ ਪਾਵੇ। ਆਉਂਦੇ ਹੁੰਦੇ ਸੀ ਨਾ, ਮਨ ਚੰਗਾ ਤੋ ਕਠੌਤੀ ਮੈਂ ਗੰਗਾ। ਜਪਜੀ ਸਾਹਿਬ ਵਿੱਚ ਤੁਸੀਂ ਪੜ੍ਹਦੇ ਹੋ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਜਿਨ੍ਹਾਂ ਨੇ ਸੁਣਿਆ ਹੈ, ਉਹਨੂੰ ਮੰਨ ਲਿਆ ਹੈ, ਤੇ ਉਹਨੂੰ ਪਿਆਰ ਕੀਤਾ ਜ਼ਿੰਦਗੀ ਵਿੱਚ, ਉਹਨੂੰ ਪ੍ਰੈਕਟਿਸ ਵਿੱਚ ਲੈ ਜਾਂਦਾ ਹੈ, ਉਹਨਾਂ ਨੇ ਸਮਝੋ ਆਪਣੇ ਅੰਦਰ ਹੀ ਅਸਲੀ ਤੀਰਥ 'ਤੇ ਇਸ਼ਨਾਨ ਕਰ ਲਿਆ। ਉਹੀ ਲਿਖਦੇ ਨੇ, ਜੋ ਸਵੇਰੇ ਉੱਠ ਮਾਂ ਬਾਪ ਦੇ ਪੈਰੀਂ ਹੱਥ ਲਾਵੇ, ਚਾਰ ਧਾਮ ਤੀਰਥ ਫਲ ਪਾਵੇ। ਜਿਹੜੀ ਅਸੀਸ ਉਹ ਦਿਲੋਂ ਦੇਣ, ਉਹ ਰੱਬ ਤੋਂ ਵੀ ਮੋੜੀ ਨਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਡਾਕਟਰ ਸਾਹਿਬ। ਹਰ ਸਾਲ 8 ਮਈ ਦੇ ਦਿਨ ਵਰਲਡ ਰੈੱਡ ਕਰਾਸ ਡੇ ਮਨਾਇਆ ਜਾਂਦਾ, ਜਿਹੜਾ ਮੈਂ ਸਮਝਦਾ ਕਿ ਇੱਕ ਸੇਵਾ ਦਾ ਬੜਾ ਵੱਡਾ ਸਿੰਬਲ ਹੈ। ਰੈੱਡ ਕਰਾਸ ਦੀ ਸਥਾਪਨਾ ਤੋਂ 170 ਸਾਲ ਪਹਿਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਨੰਨ ਭਗਤ ਭਾਈ ਘਨੱਈਆ ਜੀ ਨੇ ਜਿਹੜੀ ਨਿਸ਼ਕਾਮ ਸੇਵਾ ਦਾ ਇੱਕ ਦੁਨੀਆ ਨੂੰ ਮਿਸਾਲ ਦੁਨੀਆ ਵਿੱਚ ਕਾਇਮ ਕੀਤੀ, ਸ਼ਾਇਦ ਉਸ ਦੀ ਕੋਈ ਮਿਸਾਲ ਹੋਰ ਕਿੱਥੇ ਮਿਲਣੀ ਨਹੀਂ। ਔਰ ਇਸ ਆਧੁਨਿਕ ਯੁੱਗ ਵਿੱਚ 21ਵੀਂ ਸੈਂਚਰੀ ਵਿੱਚ ਭਗਤ ਪੂਰਨ ਸਿੰਘ ਯਤੀਮਾਂ ਗਰੀਬਾਂ ਅਤੇ ਪਿੰਗਲਿਆਂ ਦੀ ਸੇਵਾ ਕਰਦੇ ਰਹੇ। ਹੁਣ ਗੱਲ ਇਹ ਹੈ ਕਿ ਜਿਸ ਸੇਵਾ ਦੇ ਆਦਰਸ਼ ਨਾਲ ਕ੍ਰਿਸਚੈਨਿਟੀ ਪੂਰੇ ਸੰਸਾਰ ਦੇ ਵਿੱਚ ਛਾ ਗਈ, ਉਸ ਸੇਵਾ ਨੂੰ ਅਸੀਂ ਗੁਰਦੁਆਰਿਆਂ ਦੀ ਚਾਰ ਦੀਵਾਰੀ ਤੱਕ ਸੀਮਤ ਕੀਤਾ ਹੋਇਆ। ਬੜੇ ਬੜੇ ਜੱਥੇ ਸਾਡੇ ਸੇਵਾ ਦੇ ਅਸੀਂ ਆਮ ਜ਼ਿੰਦਗੀ ਵਿੱਚ ਦੇਖਦੇ ਹਾਂ, ਉਹ ਗੁਰਦੁਆਰਿਆਂ ਦੇ, ਚਾਹੇ ਉਹ ਲੰਗਰ ਦੀ ਗੱਲ ਹੈ, ਚਾਹੇ ਉਹ ਜੋੜਿਆਂ ਦੀ ਗੱਲ ਹੈ, ਚਾਹੇ ਸਾਫ ਸਫਾਈ ਦੀ ਗੱਲ ਹੈ, ਉਹ ਸਾਰੇ ਦੇ ਸਾਰੇ ਉਹ ਜੱਥੇ ਉਹੀ ਕਰ ਰਹੇ ਨੇ। ਔਰ ਸਮਝਣ ਦੀ ਗੱਲ ਹੈ ਕਿ ਸੇਵਾ ਕਿਸੇ ਇੱਕ ਘੇਰੇ ਤੱਕ ਸਾਨੂੰ ਸੀਮਤ ਰੱਖਣੀ ਚਾਹੀਦੀ ਹੈ ਜਾਂ ਨਹੀਂ ਹੈ। ਹੁਣ ਸਵਾਲ ਇਹ ਹੈ ਕਿ ਇੱਕ ਆਦਰਸ਼ ਸੇਵਾ ਕੀ ਹੈ? ਤਾਂ ਭਾਈ ਕਾਹਨ ਸਿੰਘ ਨਾਭਾ ਨੇ ਗੁਰਦੁਆਰੇ ਦੀ ਇੱਕ ਡੈਫੀਨੇਸ਼ਨ ਦਿੱਤੀ ਹੈ ਮਹਾਨ ਕੋਸ਼ ਵਿੱਚ, ਉਹਨੂੰ ਨੋਟ ਕਰਨ ਵਾਲਾ ਹੈ। ਉਹ ਕਹਿੰਦੇ ਨੇ ਕਿ ਗੁਰਦੁਆਰਾ ਜਿਹੜਾ ਇਹ ਆਤਮਕ ਸੋਮਾ ਤਾਂ ਹੈ ਹੀ, ਪਰ ਇਸ ਤੋਂ ਇਲਾਵਾ ਗੁਰਦੁਆਰਾ ਭੁੱਖੇ ਲਈ ਅੰਨਾਪੂਰਨ ਹੈ, ਰੋਗੀ ਲਈ ਦਵਾਖਾਨਾ ਹੈ, ਯਾਤਰੀਆਂ ਲਈ ਰਹਿਣ ਬਸੇਰਾ ਹੈ, ਅਨਪੜ੍ਹਾਂ ਲਈ ਪਾਠਸ਼ਾਲਾ ਹੈ। ਯਾਨੀ ਗੁਰਦੁਆਰੇ ਦੇ ਵਿੱਚ ਆਤਮਕ ਗਿਆਨ ਵੀ ਹੈ, ਲੰਗਰ ਦਾ ਪ੍ਰਬੰਧ ਵੀ ਹੈ, ਦਵਾਈ ਦਾ ਪ੍ਰਬੰਧ ਵੀ ਹੈ ਕਿਉਂਕਿ ਹਸਪੀਟਲ ਨੇ, ਰਹਿਣ ਦਾ ਪ੍ਰਬੰਧ ਵੀ ਹੈ, ਔਰ ਸਕੂਲਾਂ ਦਾ ਵੀ ਪ੍ਰਬੰਧ ਹੈ। ਹੁਣ ਭਾਈ ਕਾਹਨ ਸਿੰਘ ਨਾਭੇ ਦੀ ਜਿਹੜੀ ਪਰਿਭਾਸ਼ਾ ਹੈ, ਉਸ ਅਨੁਸਾਰ ਤਾਂ ਗੁਰਦੁਆਰਿਆਂ ਦੇ ਪ੍ਰਬੰਧ ਦਾ ਇਹ ਇੱਕ ਹਿੱਸਾ ਬਣ ਗਏ ਨੇ। ਇਹ ਪ੍ਰਬੰਧਕ ਹੀ ਗੁਰਦੁਆਰਿਆਂ ਦੇ ਵਿੱਚ ਇਹ ਸਭ ਕੁਝ ਕਰ ਰਹੇ ਨੇ। ਤਾਂ ਫਿਰ ਆਮ ਬੰਦੇ ਨੂੰ, ਆਮ ਸਿੱਖ ਨੂੰ, ਸਾਨੂੰ ਜਿਹੜੀ ਸੇਵਾ ਹੈ ਇਹ ਗੁਰਦੁਆਰਿਆਂ ਦੀ ਚਾਰ ਦੀਵਾਰੀ ਤੋਂ ਬਾਹਰ ਲਿਜਾਣੀ ਚਾਹੀਦੀ ਹੈ, ਔਰ ਇਹ ਬੜੀ ਜ਼ਰੂਰਤ ਹੈ। ਅੱਜ ਸਾਨੂੰ ਬੱਚਿਆਂ ਨੂੰ, ਨੌਜਵਾਨਾਂ ਨੂੰ ਸੇਵਾ ਦਾ ਜਿਹੜਾ ਅਸਲੀ ਕਨਸੈਪਟ ਹੈ, ਅਸੀਂ ਵਾਰ-ਵਾਰ ਇੱਥੋਂ ਕਹਿੰਦੇ ਹਾਂ ਕਿ ਜ਼ਮਾਨੇ ਦੇ ਹਿਸਾਬ ਨਾਲ ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਹੁੰਦੀ ਹੈ, ਔਰ ਜ਼ਮਾਨੇ ਦੇ ਔਰ ਇਰਾ ਦੇ ਔਰ ਸਮੇਂ ਬਦਲਣ ਦੇ ਹਿਸਾਬ ਨਾਲ ਸਾਨੂੰ ਬੱਚਿਆਂ ਨੂੰ ਦੱਸਣਾ ਪਏਗਾ। ਅੱਜ ਜ਼ਰੂਰਤ ਹੈ ਉਸ ਸੇਵਾ ਦੀ ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦੇ ਆਦਰਸ਼ਾਂ ਨੂੰ ਹਾਸਲ ਕਰਨ ਦੀ ਭਾਵਨਾ ਪੈਦਾ ਹੋਏ। ਅੱਜ ਜ਼ਰੂਰਤ ਹੈ ਉਸ ਸੇਵਾ ਦੀ ਜਿਸ ਨਾਲ ਪੂਰੀ ਕੌਮ ਵਿੱਚ ਇਲਮ ਆਏ, ਕੌਮ ਦੇ ਸੁਰਤ ਉੱਚੀ ਹੋਵੇ। ਅੱਜ ਜ਼ਰੂਰਤ ਹੈ ਉਸ ਸੇਵਾ ਦੀ ਜਿਸ ਨਾਲ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਨਿਜਾਤ ਪਾਈ ਜਾ ਸਕੇ। ਅੱਜ ਜ਼ਰੂਰਤ ਹੈ ਉਸ ਸੇਵਾ ਦੀ ਜਿਸ ਨਾਲ ਇਹ ਵਾਤਾਵਰਨ ਦੀ ਸੰਭਾਲ ਹੋਵੇ। ਅੱਜ ਗਲੋਬਲ ਵਾਰਮਿੰਗ ਦੀ ਪੂਰੇ ਵਰਲਡ ਦੇ ਵਿੱਚ ਗੱਲ ਚੱਲ ਰਹੀ ਹੈ, ਔਰ ਇਤਨੀ ਜ਼ਿਆਦਾ ਇਸ ਗੱਲ ਦਾ ਹੋ ਗਿਆ ਕਿ ਹੁਣ ਗੱਲਾਂ ਆ ਰਹੀਆਂ ਨੇ ਜਿਹੜੀਆਂ ਕਿ ਉਹ ਆ ਰਹੇ ਨੇ ਕਿ ਅਸੀਂ ਸਾਡੇ ਵੇਖਦੇ ਕੁਝ ਮੁਲਕ ਪਾਣੀ ਦੇ ਵਿੱਚ ਆ ਜਾਣੇ ਨੇ। ਗਲੇਸ਼ੀਅਰ ਉੱਤੇ ਜਿਹੜੇ ਨੇ ਉਹ ਪਿਘਲ ਰਹੇ ਨੇ, ਔਰ ਪਾਣੀ ਦਾ ਸਤਹ, ਸਮੁੰਦਰ ਦਾ ਪਾਣੀ ਇੰਨਾ ਉੱਚੇ ਆ ਜਾਏਗਾ ਕਿ 8-10 ਦੇਸ਼ ਤਾਂ ਸ਼ਾਇਦ ਅਗਲੇ 10-15 ਸਾਲਾਂ ਬਾਅਦ ਸ਼ਾਇਦ ਇਸ ਦੁਨੀਆ 'ਚ ਨਹੀਂ ਆਉਣਗੇ। ਤਾਂ ਸਾਨੂੰ ਸੇਵਾ ਉਸ ਦੀ ਜ਼ਰੂਰਤ ਹੈ ਜਿਸ ਨਾਲ ਕੌਮ ਦੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਆਪਣੇ ਸੱਭਿਆਚਾਰ, ਆਪਣੀ ਬੋਲੀ, ਆਪਣੇ ਧਰਮ, ਆਪਣੇ ਕਿਰਦਾਰ ਦਾ ਜਿਹੜਾ ਮੁਜ਼ਾਹਰਾ ਹੈ ਉਹ ਠੀਕ ਕਰ ਸਕਣ। ਅੱਜ ਜ਼ਰੂਰਤ ਹੈ ਉਸ ਸੇਵਾ ਦੀ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ, ਜਿਸ ਨਾਲ ਬੱਚੇ ਆਪਣੇ ਵੱਡੇ ਵਡੇਰਿਆਂ ਦੇ, ਆਪਣੇ ਮਾਂ-ਬਾਪ ਦੀ ਜਿਹੜਾ ਸਤਿਕਾਰ ਕਰਨ, ਰੱਖ ਰਖਾਵ ਕਰਨ। ਇਹ ਸਾਡਾ ਇੱਕ ਅਗਲਾ ਟੌਪਿਕ ਦਸਵੰਤ ਦਾ, ਦਾਨ ਦਾ ਆਉਣਾ, ਉਹਦੇ ਵਿੱਚ ਵੀ ਅਸੀਂ ਗੱਲ ਕਰਾਂਗੇ ਕਿ ਇਹ ਜਿਹੜੀ ਗੱਲ ਮੈਂ ਕਰ ਰਿਹਾ। ਤਾਂ ਅੱਜ ਵਕਤ ਇਲਮ ਦਾ ਹੈ, ਦਲੀਲ ਦਾ ਹੈ, ਗਿਆਨ ਦਾ ਹੈ, ਗੁਣ ਹਾਸਲ ਕਰਨ ਦਾ ਹੈ, ਸਹਿਜ ਦਾ ਹੈ। ਤਾਂ ਇਹ ਸਾਰੀਆਂ ਗੱਲਾਂ ਅਸੀਂ ਸੇਵਾ ਦੇ ਨਾਲ ਅਗਰ ਆਪਣੀ ਪਨੀਰੀ ਤੱਕ ਪਹੁੰਚਾ ਸਕੀਏ, ਆਪਣੇ ਬੱਚਿਆਂ ਤੱਕ ਪਹੁੰਚਾ ਸਕੀਏ,
ਤਾਂ ਸਾਡੇ ਪਰਿਵਾਰ, ਸਾਡੀ ਕੌਮ, ਸਾਡਾ ਇਹ ਦੇਸ਼, ਸਾਡਾ ਸਮਾਜ ਜਿਹੜਾ ਇੱਕ ਆਦਰਸ਼ ਸਮਾਜ ਬਣਨ ਵਿੱਚ ਸਾਨੂੰ ਬਹੁਤ ਮਦਦ ਮਿਲੇਗੀ। ਤਾਂ ਗੁਰੂ ਗ੍ਰੰਥ ਸਾਹਿਬ ਨੂੰ, ਗੁਰਬਾਣੀ ਨੂੰ ਆਦਰਸ਼ ਬਣਾ ਕੇ ਅਸੀਂ ਆਪਣੇ ਜਿਹੜੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਅਗਰ ਇਸ ਨੂੰ ਅਪਣਾਈਏ ਤਾਂ ਅਸੀਂ ਜ਼ਰੂਰ ਫੀਲ ਕਰਾਂਗੇ ਕਿ ਅਸੀਂ ਆਪਣੇ ਆਸ-ਪਾਸ ਦਾ ਜਿਹੜਾ ਵਾਤਾਵਰਨ ਹੈ ਉਸ ਵਿੱਚ ਕਿਤਨਾ ਚੇਂਜ ਹੈ। ਅੱਜ ਬੜੀ ਜ਼ਰੂਰਤ ਹੈ।